ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਨਾਹੀਂ ਕਛੁ ਨਹੀਂ ਕਿਛ ਆਹ ਨ ਮੋਰਾ। ਔਸਰ ਲੱਜਾ ਰਾਖ ਲੇ ਸਦਨਾ ਜਨ ਤੋਰਾ। ਭਗਤ ਭਗਤਨ ਹੂੰ ਬਨ ਆਈ ਮਨ ਤਨ ਗਲਤ ਭਈ ਠਾਕੁਰ ਸਿਉ। ਆਪਨ ਲਿਏ ਮਿਲਾਈ ਰਹਾਉ। ਗਾਵਨ ਹਾਰੀ ਗਾਵੇ ਗੀਤ ਤੇ ਉਦਰੇ ਬਸੇ ਜਿਹ ਚੀਤ। ਪੇਖੇ ਬਿੰਜਨ ਪ੍ਰੋਸਨ ਹਾਰੇ ਜਿਨ ਭੋਜਨ ਕੀਨੋ ਤੇ ਤ੍ਰਿਪਤਾਰੇ। ਅਨਕ ਸਵਾਮ ਕਾਛੇ ਭੇਖ ਤਾਰੀ ਜੈਸੋ ਸਾ ਤੈਸੋ ਦ੍ਰਿਸ਼ਟਾਰੀ। ਕਹਿਨ ਕਹਾਵਨ ਸਗਲ ਜੰਜਾਰ ਨਾਨਕ ਦਾਸ ਸਚ ਕਰਨੀ ਸਾਰ। ਕਹਿਨ ਕਹਾਵਨ ਸਗਲ ਜੰਜਾਰ ਨਾਨਕ ਦਾਸ ਸਚ ਕਰਨੀ ਸਾਰ। ਜਾਗਤ ਜੋ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਜੁੜ ਬੈਠੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ, ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਇਹ ਸਾਲਾਨਾ ਸਮਾਗਮ ਜਿਵੇਂ ਕਿ ਸਟੇਜ ਤੋਂ ਭਾਈ ਸਾਹਿਬ ਨੇ ਦੱਸਿਆ, ਵਾਹਿਗੁਰੂ ਜੀ ਨਾਲ ਨਿਵਲੀਨ ਹੋਈ ਬ੍ਰਹਮਵੇਤਾ ਰੂਹ ਪੂਜ ਭਗਤ ਰਵਿਦਾਸ ਜੀ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਪਾਤਸ਼ਾਹ ਜੀ ਦੇ ਨਾਲ ਹੀ ਸੁਭਾਏਮਾਨ ਵਾਹਿਗੁਰੂ ਜੀ ਦੇ ਦਰ ਤੋਂ ਵਰੋਸਾਏ ਹੋਏ ਭਗਤ ਸਾਹਿਬਾਨਾਂ ਦੀ ਯਾਦ ਨੂੰ ਸਮਰਪਿਤ ਹੈ। ਗੁਰੂ ਪਿਆਰਿਓ, ਅਸੀਂ ਰੋਜ਼ ਨਿੱਜੀ ਤੌਰ ਤੇ ਸੰਗਤੀ ਤੌਰ ਤੇ ਨਿਤਨੇਮ ਤੋਂ ਬਾਅਦ ਜਾਂ ਸਤਸੰਗਾਂ ਤੋਂ ਸਮਾਗਮਾਂ ਤੋਂ ਬਾਅਦ ਅਰਦਾਸ ਕਰਦੇ ਹਾਂ। ਜਿਹੜੀ ਅਰਦਾਸ ਸਾਨੂੰ ਸਾਡੇ ਸਤਿਪੁਰਖਿਆਂ ਨੇ ਦਿੱਤੀ ਹੈ, ਉਹ ਦੁਨੀਆ ਦੀਆਂ ਸਾਰੀਆਂ ਕੌਮਾਂ ਧਾਰਮਿਕ ਵਿਸ਼ਵਾਸਾਂ ਵਾਲਿਆਂ ਨਾਲੋਂ ਬਹੁਤ ਵਿਸਮਾਦੀ ਵਿਲੱਖਣ ਹੈ। ਸੰਸਾਰ ਦਾ ਹਰ ਮਨੁੱਖ ਜਿਹੜਾ ਆਪਣੇ ਸਿਰਜਣਹਾਰ ਵਾਹਿਗੁਰੂ ਜੀ ਤੇ ਆਸਥਾ ਭਰੋਸਾ ਵਿਸ਼ਵਾਸ ਰੱਖਦਾ ਹੈ, ਉਹਨੂੰ ਆਪਣਾ ਦਾਤਾ ਮੰਨ ਕੇ ਰੋਜ਼ ਆਪਣੀਆਂ ਲੋੜਾਂ, ਆਪਣੀਆਂ ਇੱਛਾਵਾਂ, ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਵਾਹਿਗੁਰੂ ਜੀ ਕੋਲ ਅਰਦਾਸ ਬੇਨਤੀ ਜੋਦੜੀ ਆਪੋ ਆਪਣੇ ਢੰਗ ਨਾਲ ਕਰਦਾ ਹੈ। ਅਸੀਂ ਗੁਰੂ ਕੇ ਕਹਾਉਣ ਵਾਲੇ ਵੀ ਮਨੁੱਖ ਦੇ ਤੌਰ ਤੇ ਆਪਣੀਆਂ ਨਿੱਜੀ ਮੰਗਾਂ, ਇੱਛਾਵਾਂ ਅਤੇ ਆਪਣੇ ਪਰਿਵਾਰ ਦੀਆਂ ਪਿਆਰਿਆਂ ਸੰਬੰਧੀਆਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਆਪਣੇ ਸਤਿਗੁਰੂ ਕੋਲ ਵਾਹਿਗੁਰੂ ਜੀ ਕੋਲ ਝੋਲੀ ਅੱਡਦੇ ਹਾਂ, ਅਰਦਾਸ ਕਰਦੇ ਹਾਂ। ਸਾਡੀ ਅਰਦਾਸ ਦੇ ਦੋ ਰੂਪ ਨੇ, ਇੱਕ ਜੋ ਅਸੀਂ ਨਿੱਜੀ ਤੌਰ ਤੇ ਕਰਦੇ ਹਾਂ, ਇੱਕ ਜੋ ਅਸੀਂ ਪੰਥਕ ਤੌਰ ਤੇ ਸੰਗਤੀ ਤੌਰ ਤੇ ਕਰਦੇ ਹਾਂ। ਨਿੱਜੀ ਤੌਰ ਤੇ ਕੀਤੀ ਜਾਣ ਵਾਲੀ ਅਰਦਾਸ ਦੇ ਵਿੱਚ
ਸਾਡੇ ਲਈ ਬੰਧਨ ਨਹੀਂ ਹੁੰਦਾ। ਮੰਗਾਂ ਨੂੰ ਅਸੀਂ ਕਿਸ ਰੂਪ ਦੇ ਵਿੱਚ ਪੇਸ਼ ਕਰੀਏ, ਉਹਦੇ ਲਈ ਸ਼ਬਦਾਵਲੀ ਕਿਹੜੀ ਵਰਤੀਏ। ਪਰ ਜਦੋਂ ਅਸੀਂ ਸੰਗਤੀ ਤੌਰ ਤੇ ਅਰਦਾਸ ਕਰਦੇ ਹਾਂ ਤਾਂ ਪੰਥਕ ਮਰਿਆਦਾ ਦੇ ਵਿੱਚ ਸਾਡੇ ਕੋਲ ਅਰਦਾਸ 22ਵੇਂ ਰੂਪ ਦੇ ਵਿੱਚ ਹੈ। ਉਹ ਅਰਦਾਸ ਇੰਨੀ ਵਿਲੱਖਣ ਔਰ ਇੰਨੀ ਵਿਸਮਾਦੀ ਹੈ, ਦੁਨੀਆ ਦੀ ਕੋਈ ਕੌਮ, ਕਿਸੇ ਧਾਰਮਿਕ ਵਿਸ਼ਵਾਸ ਵਾਲੇ ਫਿਰਕੇ ਕੋਲ ਉਹ ਅਰਦਾਸ ਨਹੀਂ। ਕਿਸ ਪੱਖੋਂ ਵਿਲੱਖਣ ਹੈ, ਮੈਂ ਥੋੜਾ ਜਿਹਾ ਇਸ਼ਾਰਾ ਉਸ ਪਾਸੇ ਵੱਲ ਕਰਕੇ ਫਿਰ ਆਪਾਂ ਅੱਜ ਦੇ ਇਸ ਸਮਾਗਮ ਦੇ ਮਕਸਦ ਨੂੰ ਵਿਚਾਰਨਾ। ਅਰਦਾਸ ਦੀ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਉਸ ਅਰਦਾਸ ਦੇ ਵਿੱਚ ਅਸੀਂ ਵਾਰਸਰੀ ਭਗਉਤੀ ਦੇ ਵਿੱਚ ਅਕਾਲ ਪੁਰਖ ਜੀ ਨੂੰ ਯਾਦ ਕਰਦੇ ਹਾਂ, ਆਦਿ ਸ਼ਕਤੀ ਭਗਉਤੀ ਦੇ ਰੂਪ ਵਿੱਚ ਯਾਦ ਕਰਦੇ ਹਾਂ, 10 ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ। ਉਹ ਤੋਂ ਬਾਅਦ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਤੇ ਫਿਰ ਉਹਨਾਂ ਸਾਰੇ ਨਾਮ ਰਸੀਆਂ, ਹੱਠੀਆਂ, ਜਪੀਆਂ, ਤਪੀਆਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ। ਫਿਰ ਉਹ ਤੋਂ ਬਾਅਦ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ, ਬੰਦ ਕਰ, ਉਹਨਾਂ ਦੀਆਂ ਸ਼ਹੀਦੀ ਦੀਆਂ। ਲੇਕਿਨ ਇੱਕ ਲਫ਼ਜ਼ ਅਸੀਂ ਇਹ ਦੋਨਾਂ ਪੈਰਿਆਂ ਨੂੰ ਬੋਲਦਿਆਂ ਇਹ ਆਖਦੇ ਹਾਂ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਲਫ਼ਜ਼ ਬਹੁਤ ਵਿਸਮਾਦੀ ਹੈ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿ ਐਸੇ ਤਰੀਕੇ ਨਾਲ ਹੀ ਆਪਾਂ ਆਪੋ ਆਪਣੀ ਜ਼ਿੰਦਗੀ ਦੇ ਹਿਸਾਬ ਨਾਲ ਬਹੁਤ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮਿਲ ਬੈਠੇ ਹਾਂ। ਇਦਾਂ ਦੇ ਸਮਾਗਮ, ਇਸੇ ਤਰੀਕੇ ਨਾਲ ਗੁਰਪੁਰਬ ਮਨਾਉਣੇ ਬਹੁਤ ਵਾਰੀ ਕਰ ਚੁੱਕੇ ਹਾਂ। ਜਦੋਂ ਦੀ ਸਾਨੂੰ ਹੋਸ਼ ਸੰਭਾਲਣ ਦਾ ਮੌਕਾ ਮਿਲਿਆ, ਸਾਡੇ ਮਾਤਾ ਪਿਤਾ, ਸਾਡੇ ਬਜ਼ੁਰਗ, ਵੱਡੇ ਵਡੇਰੇ ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਉਂਗਲੀ ਪਕੜ ਕੇ ਗੁਰਦੁਆਰੇ ਲਿਆਉਂਦੇ ਰਹੇ ਨੇ। ਤੇ ਚਲਦਿਆਂ ਹੁਣ ਆਪੋ ਆਪਣੀ ਉਮਰ ਦੇ ਹਿਸਾਬ ਨਾਲ ਅਣਗਿਣਤ ਵਾਰੀ ਆ ਚੁੱਕੇ ਹਾਂ। ਲੇਕਿਨ ਹਰ ਗੁਰਪੁਰਬ ਮਨਾਉਣ ਤੋਂ ਬਾਅਦ, ਹਰ ਗੁਰਮਤਿ ਸਮਾਗਮ ਤੋਂ ਬਾਅਦ ਕਿੰਨੇ ਸਾਡੇ ਵਿੱਚੋਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਲੰਘ ਰਹੇ ਸਮੇਂ ਦਾ ਲੇਖਾ ਜੋਖਾ ਕੀਤਾ। ਕਿਸੇ ਗੁਰਪੁਰਬ ਨੂੰ ਮਨਾਉਣ ਤੋਂ ਬਾਅਦ, ਕਿਸੇ ਗੁਰਮਤਿ ਸਮਾਗਮ ਨੂੰ ਮਨਾਉਣ ਤੋਂ ਬਾਅਦ ਮੇਰੇ ਜੀਵਨ ਵਿੱਚ ਕੀ ਤਬਦੀਲੀ ਆਈ, ਇਸ ਨੂੰ ਮਨਾਉਣ ਤੋਂ ਪਹਿਲਾਂ ਮੈਂ ਕਿਸ ਤਰ੍ਹਾਂ ਦਾ ਸੀ। ਮੇਰਾ ਕਾਮ, ਮੇਰਾ ਕ੍ਰੋਧ, ਮੇਰਾ ਲੋਭ ਮੋਹ ਹੰਕਾਰ, ਮੇਰੀ ਈਰਖਾ ਦਵੈਸ਼, ਮੇਰੀ ਨਿੰਦਿਆ ਚੁਗਲੀ ਦੀ ਬਿਰਤੀ, ਮੇਰੀ ਤ੍ਰਿਸ਼ਨਾ, ਉਹ ਉਸ ਵੇਲੇ ਕਿਸ ਤਰ੍ਹਾਂ ਦੀ ਸੀ। ਤੇ ਗੁਰਪੁਰਬ ਮਨਾਉਣ ਤੋਂ ਬਾਅਦ ਭਾਈ ਇੰਦਰਜੀਤ ਸਿੰਘ ਹੋਰਾਂ ਨੇ ਬਹੁਤ ਪਿਆਰ ਮਧੁਰ ਕੰਠ ਦੇ ਨਾਲ ਸਤਿਗੁਰੂ ਦੀ ਬਾਣੀ ਦਾ ਗਾਇਨ ਤੇ ਨਾਲ ਉਸ ਸੰਬੰਧੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਬਹੁਤ ਵਾਰੀ ਸੁਣ ਚੁੱਕੀਆਂ। ਮੈਂ ਵੀ ਤੁਹਾਡੇ ਹੁਕਮ ਦਾ ਬੱਝਿਆ, ਤੁਹਾਡੇ ਪਿਆਰ ਵਿੱਚ ਬੁਲਾਇਆ ਤੇ ਆ ਗਿਆ। ਕੁਝ ਲਫ਼ਜ਼ ਕਹਿ ਕੇ ਮੈਂ ਵੀ ਚਲੇ ਜਾਣਾ। ਅਸੀਂ ਕਹਿਣ ਵਾਲੇ, ਸੁਣਨ ਵਾਲੇ ਕਿੰਨੇ ਸਾਡੇ ਵਿੱਚੋਂ ਜਿਹੜੇ ਇਸ ਸਮਾਗਮ ਤੋਂ ਬਾਅਦ ਲੇਖਾ ਜੋਖਾ ਕਰਨਗੇ ਕਿ ਜੀਵਨ ਵਿੱਚ ਕੋਈ ਤਬਦੀਲੀ ਆਈ ਕਿ ਨਹੀਂ ਆਈ। ਭਾਈ ਸਾਹਿਬ ਨੇ ਸਿਮਰਨ ਦੀ ਮਹਿਮਾ ਦੀ ਗੱਲ ਕਰਤੀ, ਸ਼ਬਦ ਦੇ ਪ੍ਰਮਾਣ ਵੀ ਦੇਤੇ, ਸਿਮਰਨ ਦੀ ਮਹਿਮਾ ਬਾਰੇ ਵਿਚਾਰ ਵੀ ਦੇਤੇ। ਭਾਵੇਂ ਭਾਈ ਸਾਹਿਬ ਹੋਣ, ਭਾਵੇਂ ਮੈਂ ਹੋਵਾਂ ਤੇ ਭਾਵੇਂ ਤੁਸੀਂ ਹੋਵੋ, ਸੁਣ ਲਿਆ, ਸੁਣਾ ਲਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮੈਂ ਬਚਨ ਆਪ ਜੀ ਨਾਲ ਸਾਂਝਾ ਕਰ ਰਿਹਾ ਸੀ। ਕਹਿਨ ਕਹਾਵਨ ਸਗਲ ਜੰਜਾਰ, ਮਹਾਰਾਜ ਕਹਿੰਦੇ ਰੱਬ ਦੀਆਂ ਗੱਲਾਂ ਕਰ ਲੈਣੀਆਂ, ਰੱਬ ਦੇ ਪਿਆਰਿਆਂ ਦੀਆਂ ਗੱਲਾਂ ਕਰ ਲੈਣੀਆਂ, ਉਹਨਾਂ ਦੀ ਮਹਿਮਾ ਗਾ ਲੈਣੀ, ਸੁਣ ਲੈਣੀ ਕੀਮਤੀ ਹੈ। ਪਰ ਸੁਣਨ ਸੁਣਾਉਣ ਵਾਲਿਆਂ ਨੇ ਇਹ ਸੁਣਾਉਣ ਤੋਂ ਬਾਅਦ ਜੇ ਨਾਨਕ ਦਾਸ ਸੱਚ ਕਰਨੀ ਸਾਰ,
ਜੇ ਕਰਨੀ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਤਾਂ ਵਿਚਾਰਾਂ ਦਾ ਸੁਣਨਾ ਸੁਣਾਉਣਾ ਮਹਾਰਾਜ ਕਹਿੰਦੇ ਜੰਜਾਲ ਹੈ। ਇਹ ਜੰਜਾਲ ਹੀ ਹੈ। ਮੈਂ ਧੂਆਂ ਧਾਰ ਲੈਕਚਰ ਕਰ ਦਿਆਂਗਾ, ਕਦੇ ਭਾਵੁਕ ਹੋ ਕੇ ਬੋਲ ਦਿਆਂਗਾ, ਤੁਹਾਡੀਆਂ ਅੱਖਾਂ 'ਚੋਂ ਹੰਝੂ ਆ ਜਾਣਗੇ, ਕਿਤੇ ਕੋਈ ਗੱਲ ਇਹੋ ਜਿਹੀ ਜੋਸ਼ ਵਾਲੀ ਹੋਈ ਤੁਸੀਂ ਜਕਾਰੇ ਗਜਾ ਦਿਓਗੇ। ਭਾਈ ਸਾਹਿਬ ਨੇ 4 ਲਫ਼ਜ਼ ਮੇਰੇ ਮਾਣ ਦੇ ਵਿੱਚ ਬੋਲ ਦਿੱਤੇ, ਮੈਂ ਫੁੱਲਿਆ ਨਾ ਸਮਾਇਆ। ਤੁਹਾਡੇ ਸਤਿਕਾਰ ਭਰੇ ਲਫ਼ਜ਼ਾਂ ਨੇ ਮੇਰੀ ਹਉਮੈ ਨੂੰ ਥੋੜਾ ਹੋਰ ਵਧਾ ਦਿੱਤਾ, ਮਾਣ ਆਇਆ ਮੈਨੂੰ। ਤੇ ਜੇ ਤੁਸੀਂ ਮੇਰਾ ਮਾਣ ਸਤਿਕਾਰ ਨਾ ਕੀਤਾ, ਤੁਸੀਂ ਮੇਰੇ ਵਿਚਾਰਾਂ ਦੇ ਪ੍ਰਤੀ ਮੇਰੀ ਵਾਹ-ਵਾਹ ਨਾ ਕੀਤੀ, ਤਾਂ ਮੇਰੇ ਸਿਰ ਤੇ ਠੀਕਰਾ ਭੱਜ ਗਿਆ। ਮੈਂ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕੀਤਾ ਕਿ ਮੇਰੀ ਤੇ ਕੋਈ ਕਦਰ ਹੀ ਨਹੀਂ ਪਾਈ। ਮਹਾਰਾਜ ਕਹਿੰਦੇ ਸਗਲ ਜੰਜਾਲ, ਆ ਜੰਜਾਲ ਹੈ। ਜਦੋਂ ਤੁਸੀਂ ਮਾਨ ਅਪਮਾਨ ਦੇ ਉਸ ਘੇਰੇ ਵਿੱਚ ਫੇਰ ਉਸੇ ਵਿੱਚ ਹੀ ਫਸੇ ਹੋਏ ਹੋ, ਤਾਂ ਮਹਾਰਾਜ ਕਹਿੰਦੇ ਮਾਨ ਅਪਮਾਨ ਮੰਦੇ ਸੋ ਸੇਵਕ ਨਹੀਂ। ਜਿਨ੍ਹਾਂ ਦੀ ਯਾਦਾਂ ਵਿੱਚ ਆਪਾਂ ਬੈਠੇ ਆ ਨਾ, ਉਹ ਸੇਵਕ ਨੇ। ਕਿਉਂ ਸੇਵਕ ਨੇ? ਸਾਹਿਬ ਕਹਿੰਦੇ ਉਹਨਾਂ ਦੇ ਜੀਵਨ ਦੀ ਸੇਵਕ ਹੋਣ ਦੀ ਨਿਸ਼ਾਨੀ ਹੈ, ਲੱਛਣ ਨੇ। ਕਿਸ ਤਰੀਕੇ ਨਾਲ? ਜੋ ਲੋੜੀਂਦੇ RAM ਸੇਵਕ ਸੇਈ ਕੰਠ। ਜਿਨ੍ਹਾਂ ਨੂੰ ਕੇਵਲ ਤੇ ਕੇਵਲ RAM ਦੀ ਲੋੜ ਹੈ, ਸਿਰਜਣਹਾਰ ਦੀ ਲੋੜ ਹੈ, ਵਾਹਿਗੁਰੂ ਜੀ ਦੀ ਲੋੜ ਹੈ। ਦੁਨੀਆ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ, ਇਹਦੀ ਲੋੜ ਨਹੀਂ ਹੈ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਸੀ ਕਿ ਜਿਹੜੀ ਅਸੀਂ ਅਰਦਾਸ ਕਰਦੇ ਆ ਨਾ, ਉਸ ਅਰਦਾਸ ਦੇ ਵਿੱਚ ਇਹ ਕਹਿੰਦੇ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕੀ ਅਰਥ ਨੇ ਇਹਦੇ? ਮੰਗਣੀਆਂ ਤੇ ਅਸੀਂ ਆਪਣੀਆਂ ਮੰਗਾਂ ਨੇ, ਝੋਲੀ ਅੱਡਣੀਆਂ ਆਪਣੀਆਂ ਇੱਛਾਵਾਂ ਵਾਸਤੇ। ਮਹਾਰਾਜ ਇਹ ਦੇ ਦਿਓ, ਆਹ ਦੇ ਦਿਓ, ਦੇ ਰੋਗਤਾ ਦੇ ਦਿਓ, ਮਾਇਆ ਦੇ ਦਿਓ, ਧੀਆਂ ਪੁੱਤਰ ਦੇ ਦਿਓ, ਲੰਬੀਆਂ ਲਿਸਟਾਂ ਲੈ ਕੇ ਆ ਜਾਂਦੇ। ਮਹਾਰਾਜ ਕਹਿੰਦੇ ਮੈਂ ਤੁਹਾਡੀਆਂ ਮੰਗਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਨਹੀਂ ਲਾਉਂਦਾ, ਮੈਂ ਤਾਂ ਦੇਖਣਾ ਇਹ ਚਾਹੁੰਦਾ ਕਿ ਜਿਹੜੇ ਤੁਸੀਂ ਮੰਗਾਂ ਮੰਗਣ ਵਾਲੇ ਆਏ ਹੋ ਮੇਰੇ ਕੋਲ, ਸੌਦਾ ਕਰਨ ਤੇ ਨਹੀਂ ਆਏ, ਮੌਕਾ ਪ੍ਰਸਤੀ ਦੇ ਅਧੀਨ ਤੇ ਨਹੀਂ ਆਏ। ਮੰਗਾਂ ਮੰਗਣ ਤੋਂ ਪਹਿਲਾਂ ਸਾਡੀ ਮਾਨਸਿਕ ਤਿਆਰੀ ਚੱਲ ਰਹੀ ਹੈ ਕਿ ਮੇਰੇ ਸਾਹਮਣੇ ਝੋਲੀ ਅੱਡਣ ਤੋਂ ਪਹਿਲਾਂ ਝੋਲੀ ਕਿਵੇਂ ਅੱਡੀ ਜਾਂਦੀ ਹੈ। ਝੋਲੀ ਅੱਡੀ ਜਾਵੇ ਤੇ ਫਿਰ ਝੋਲੀ ਖਾਲੀ ਨਾ ਰਵੇ, ਸਖਣੇ ਲੈ ਕੇ ਨਾ ਜਾਓ, ਜਿੱਦਾਂ ਦੇ ਆਏ ਹੋ ਉਦਾਂ ਦੇ ਖਾਲੀ ਨਾ ਜਾਓ। ਇਸ ਕਰਕੇ ਉਹਨਾਂ ਦੀ ਕਮਾਈ ਦਾ ਧਿਆਨ ਧਰੋ ਜਿਨ੍ਹਾਂ ਨੇ ਝੋਲੀ ਅੱਡੀ, ਤੇ ਉਹਨਾਂ ਚਿਰ ਅੱਡੀ ਰੱਖੀ ਜਿੰਨਾ ਚਿਰ ਝੋਲੀ 'ਚ ਖੈਰ ਪੈ ਨਹੀਂ ਗਈ। ਉਹਨਾਂ ਦੀ ਕਮਾਈ ਦਾ ਧਿਆਨ ਧਰੋ, ਉਹਨਾਂ ਦੀ ਯਾਦ ਵਿੱਚ ਬੈਠੇ ਹੋ। ਕਿਹੜੀ ਗੱਲ ਉਹਨਾਂ ਦੀ ਤੁਹਾਡੇ ਨਾਲੋਂ ਵਿਲੱਖਣ ਕਿ ਅੱਜ ਸੈਂਕੜੇ ਸਾਲ ਗੁਜ਼ਰ ਜਾਣ ਤੋਂ ਬਾਅਦ ਵੀ ਤੁਸੀਂ ਉਹਨਾਂ ਨੂੰ ਯਾਦ ਕਰ ਰਹੇ ਹੋ, ਉਹਨਾਂ ਨੂੰ ਨਮਸਕਾਰਾਂ ਕਰ ਰਹੇ ਹੋ, ਉਹਨਾਂ ਦੀ ਯਾਦ ਵਿੱਚ ਸਮਾਗਮ ਕਰ ਰਹੇ ਹੋ। ਕਿਹੜੀ ਗੱਲ ਵਿਲੱਖਣ? ਕਮਾਈ, ਉਹਨਾਂ ਦੀ ਕਮਾਈ। ਇਸ ਕਰਕੇ ਸਾਨੂੰ ਆਖਿਆ ਗਿਆ ਕਿ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿਉਂਕਿ ਜਦੋਂ ਤੱਕ ਤੁਸੀਂ ਮੰਗਾਂ ਤੱਕ ਆਉਣਾ ਹੈ ਨਾ, ਉਦੋਂ ਤੱਕ ਉਹਨਾਂ ਦੀ ਕਮਾਈ ਦਾ ਧਿਆਨ ਧਰਦਿਆਂ 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 ਉਹਨਾਂ ਵਰਗੀ ਪਾਤਰਤਾ ਆ ਜਾਏ, ਉਹਨਾਂ ਵਰਗਾ ਅਧਿਕਾਰੀ। ਐਵੇਂ ਨਹੀਂ ਮਹਾਰਾਜ ਕਹਿੰਦੇ ਝੋਲੀਆਂ 'ਚ ਖੈਰਾਂ ਪੈਂਦੀਆਂ, ਜ਼ਿੰਦਗੀਆਂ ਲੰਘ ਜਾਂਦੀਆਂ ਨੇ, ਨਾ ਕਾਮ ਵਿੱਚ ਫਰਕ ਪੈਂਦਾ, ਨਾ ਕ੍ਰੋਧ ਵਿੱਚ ਫਰਕ ਪੈਂਦਾ। ਨਿੱਕੀ ਨਿੱਕੀ ਗੱਲ ਦੇ ਇੱਕ ਦੂਜੇ ਨੂੰ ਝਈਆਂ ਲਈ ਪਈ ਜਾਂਦੇ ਆ। ਬਾਹਰ ਤੇ ਜੋ ਕੁਛ ਦੁਨੀਆਦਾਰੀ ਦੀਆਂ ਬਿਰਤੀਆਂ ਸਾਡੀਆਂ ਚੱਲਦੀਆਂ ਹੀ ਚੱਲਦੀਆਂ ਨੇ, ਇੱਥੇ ਆ ਕੇ ਵੀ ਨਹੀਂ ਹਟਦੇ। ਇੱਥੇ ਆ ਕੇ ਵੀ ਕਹੀ ਜਾਂਦੇ ਆ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤ। ਇੱਥੇ ਆ ਕੇ ਵੀ ਕੈਸੀਆਂ ਸਾਨੂੰ ਕਦੀ ਮਾਣ ਕਰਿਆ ਕਰੋ, ਇਹਨਾਂ ਗੱਲਾਂ ਤੇ ਧਿਆਨ ਦਿਆ ਕਰੋ। ਮੇਰੇ ਸਮੇਤ ਸਾਡਾ ਸਭ ਕੁਝ ਕਰਮਕਾਂਡੀ ਬਣ ਕੇ ਰਹਿ ਗਿਆ, ਕਹਿਣ ਕਹਾਵਨ ਜੋਗਾ ਰਹਿ ਗਿਆ। ਭਾਈ ਸਾਹਿਬ ਸਾਡੇ ਪ੍ਰਤੀਨਿਧ ਬਣ ਕੇ ਅਰਦਾਸ ਕਰਦੇ ਨੇ
मेरे नालों ते सारे चंगे। भाई साहब जदों अरदास करते उस वेले ते साडा हाल ये हुंदा है, बोलो जी वाहिगुरू कहण वाले भाई साहब ही बोलन ते असीं ते वाहिगुरू भी नहीं कह पाते। वो भी कोई दो चार दी आवाज़ किते आ गई, बाकी तो कोई इधर नूं लत कर रहा, कोई इधर नूं कर रहा, किसी के हाथ इधर। कदों भाई जी नानक नाम चढ़दी कला करन ते गल मुके। कर्म कांड बन के रह गई साडी अरदास, कहन कहाउण जोगी रह गई। तो महाराज कहंदे सगल जंजाल, कुछ नहीं जे बनना, स्टैगनेशन विल बी देयर। स्टैगनेशन खड़ोत उदां ही रहनी है तुहाडे जीवन विच, नहीं टुटनी है। जिथों चले उत्थे, लेकिन जिहदी याद विच बैठे आ ना, वो जिथों चले सी उत्थे नहीं रहे। वो अपनी निज दी कहानी बयान कर रहे ने। नागर जना मेरी जात विख्यात चमारंग, नगर दे लोको मेरा पिता पुरखी कम। चमदा, चम दे नाल, चमड़ी नाल संबंधित मेरा पिता पुरखी कम यह सी। मेरे वड्डे वडेरे भी यही करते सी, मेरे भाई बंदी बरादरी वाले भाईचारे भी यही कम करते। लेकिन किरत करदियां करदियां खेड़ ये वापर गई कि कीरत चल पई अंदर। किरत करदियां करदियां कीरत चल पई अंदर। हृदय राम गोबिंद गुण सारंग, नागर जना मेरी जात विख्यात चमारंग, हृदय राम गोबिंद गुण सारंग। अंदर जिसने जीवन दिता सी, जीवन दाते दी प्यार याद किरत करदियां करदियां चल पई नाल। ते हुण कमाई दा ध्यान करन दी गल है। तां सानू आख्या कमाई दा ध्यान करो। भगत जी कहंदे मेरी जात कुट बंड ला, ढोर ढवंता अजों बनारसी आस पासा। बनारस जिथे भगत जी रहिंदे, वो कहंदे आस पास मेरी बरादरी दे अजे भी ओही काम कर रहे ने। भगत जी ने भी काम छड्डिया नहीं है, पर वो जेड़े काम कर रहे ने भाईचारे वाले बरादरी वाले, इहो ही किरत वो कर रहे ने। उन्हां विच ते भगत जी च फर्क ये पै गया कि भगत जी नूं भी पहलां शूद्र कह के नीवी जात दा कह के तिरस्कारिया जांदा सी। ते जदों भगत जी दे अंदर किरत दे नाल नाल कीरत चल पई ते कहंदे कौतक वापर गया। ओही पंडित जेड़े मैनूं शूद्र शूद्र कह के नीवा नीवा कह के मैनूं तिरस्कारदे सी, मेरे परछावें ते होई तराउंदे सी भी भिट ना जावे साडा जीवन। कहंदे हुण आ देखो पाना वरतिया, आ कौतक वरतिया। जिन्हों मैं प्यार किया ना, जिहदी लोड़ मैनूं महसूस होई, उहने की कौतक वरतारता मेरे जीवन दे विच। अब विप्र प्रधान ते करें डंडौत, तेरे नाम शरण आए रविदास दासा। मेरे अंदर मेरे राम जी, मेरे वाहिगुरू जी, तुहाडी कीरत चल पई ना जदों, हुण किरत ते ओहो ही है, किरत नहीं मैं छड्डी। पर इहदे विच जदों कीरत शामिल हो गई ते इहो ही पंडित जिहड़े तिरस्कारदे सी, अब विप्र प्रधान ते करें डंडौत, मैनूं नमस्कारां करदे। ते मेरे कोल कोई जादू दी छड़ी नहीं, कोई अलादीन दा चराग नहीं कि मैं उन्हां दे सिर ते फेरता ते ओ मेरे नमस्कारां करन लग गए। नहीं, कमाई कीती, किरत ते कीरत दा सुमेल कीता, तिन्हां दी कमाई दा ध्यान करके बोलो जी वाहिगुरू। अज वो कमाई दा ध्यान करन दा समा। किरत कोई भी माड़ी नहीं, हद हो गई। धन गुरु नानक भाई भूमिया जी नूं कहंदे की करदा होना, जदों आए ना भाई भूमिया जी गुरु नानक साहब को, कहंदे आनंद लेना जीवन च ना, दुख बेचैनी ठोकरां,
ਤੰਗ ਕਰ ਰਹੀਆਂ ਨੇ, ਇਹ ਤੋਂ ਬਚਣਾ ਚਾਹੁੰਦਾ, ਆਨੰਦ ਲੈਣਾ ਚਾਹੁੰਦਾ। ਤੇ ਮਹਾਰਾਜ ਨੇ ਪੁੱਛਿਆ ਕੀ ਸੀਗਾ, ਵੀ ਕਰਦਾ ਕੀ ਹੋਣਾ? ਸਾਨੂੰ ਤੇ ਜ਼ਰੂਰਤ ਨਹੀਂ ਹੈ ਸਾਡੇ 'ਚ। ਫਰਕ ਕਿੱਥੇ ਪੈਂਦਾ ਹੈ? ਬਿਰਤੀਆਂ ਦੀ ਕਿਤੇ ਪੂਰਬਲੀ ਕਮਾਈ ਹੋਣੀ ਹੈ। ਭਾਈ ਭੂਮੀਆਂ ਜੀ ਦੀ ਕਹਿੰਦੇ ਛੁਪਾਇਆ ਨਹੀਂ ਕੁਛ। ਮਹਾਰਾਜ ਕਹਿੰਦੇ ਝੋਲੀ ਅੱਡਣੀ ਸਿੱਖੋ, ਸੁੱਚੇ ਹੋ ਕੇ, ਬੇਈਮਾਨ ਹੋ ਕੇ ਨਾ ਆਇਆ ਕਰੋ ਮੇਰੇ ਕੋਲ। ਦੁਨੀਆ ਨੂੰ ਦਿਖਾਉਣ ਵਾਸਤੇ ਨਾ ਆਇਆ ਕਰੋ। ਕੱਢ ਕੇ ਜੇਬ ਚੋਂ ਰੁਪਈਏ ਦਿਖਾ ਦਿਖਾ ਕੇ ਉੱਥੇ ਬੈਠਾ ਕਰਨ ਵੀ ਮੇਰਾ ਰੁਪਈਆ ਮੈਂ ਦੇ ਰਿਹਾ ਬਾਬਾ ਜੀ ਨੂੰ, ਮੈਂ ਦੇਖ ਰਿਹਾ ਕਿ ਨਹੀਂ ਦੇਖ ਰਿਹਾ। ਕੋਈ 4 ਰੁਪਈਏ ਦੇ ਕੇ ਮੇਰੇ ਨਾਮ ਦੀ ਜੈਕਾਰੇ ਗਜਾਏਗੇ ਕਿ ਨਹੀਂ ਗਜਾਏਗਾ। ਸਾਹਿਬ ਕਹਿੰਦੇ ਤੁਸੀਂ ਗੁਰੂ ਕੋਲ ਥੋੜਾ ਹੋਣਾ। ਜੇ ਗੁਰੂ ਕੋਲ ਆਏ ਹੁੰਦੇ ਤਾਂ ਤੁਸੀਂ ਗੁਰੂ ਦੀਆਂ ਗੱਲਾਂ ਨਾ ਕੀਤੀਆਂ ਹੁੰਦੀਆਂ, ਗੁਰੂ ਨਾਲ ਗੱਲਾਂ ਕੀਤੀਆਂ ਹੁੰਦੀਆਂ। ਭਗਤ ਜੀ ਵਿੱਚ ਤੇ ਸਾਡੇ ਵਿੱਚ ਫਰਕ ਇਹ ਹੈ, ਭਗਤ ਜੀ ਨੇ ਵਾਹਿਗੁਰੂ ਜੀ ਦੀਆਂ ਗੱਲਾਂ ਨਹੀਂ ਕੀਤੀਆਂ, ਵਾਹਿਗੁਰੂ ਜੀ ਨਾਲ ਗੱਲਾਂ ਕੀਤੀਆਂ ਨੇ। ਤੇ ਅਸੀਂ ਭਗਤ ਜੀ ਦੀਆਂ ਗੱਲਾਂ ਕਰਕੇ ਸਿਰ ਪੜਾਈ ਜਾਂਦੇ ਹਾਂ ਆਪਸ ਵਿੱਚ। ਭਾਈ ਇੰਦਰਜੀਤ ਸਿੰਘ ਹੋਰੀ ਜ਼ਿਕਰ ਕਰ ਰਹੇ ਸੀ, ਮੂਰਤ ਦੀਆਂ ਗੱਲਾਂ ਕੀ ਸਵਾਏ ਬਹਿਸ ਮੁਬਾਸਿਆਂ ਤੋਂ ਵੰਡੀਆਂ ਪਾਤੀਆਂ। ਐ ਭਗਤ ਮੇਰਾ, ਐ ਭਗਤ ਤੇਰਾ, ਆ ਗੁਰੂ ਤੇਰਾ। ਜੱਟ ਭਗਤ ਧੰਨਾ ਜੀ ਦਾ ਦਿਨ ਮਨਾਉਣ ਲੱਗ ਗਏ। ਚਮੜੀ ਦਾ ਕੰਮ ਕਰਨ ਵਾਲੇ ਭਗਤ ਰਵਿਦਾਸ ਜੀ ਨੂੰ, ਚੀਪੇ ਨੂੰ, ਨਾਮਦੇਵ ਜੀ ਨੂੰ ਉਧਰ ਕੱਢ ਲਿਆ। ਬਾਬਾ ਫਰੀਦ ਜੀ ਦਾ, ਅਰੇ ਭਾਈ ਭਗਤ ਵੰਡੀਆਂ ਪਾਉਣ ਵਾਸਤੇ, ਸਮਾਜ ਦੇ ਟੁਕੜੇ ਕਰਨ ਵਾਸਤੇ ਨਹੀਂ ਆਉਂਦੇ, ਉਹ ਤਾਂ ਜੋੜਨ ਵਾਸਤੇ ਆਉਂਦੇ ਆ, ਤੋੜਨ ਵਾਸਤੇ ਨਹੀਂ ਆਉਂਦੇ। ਭਗਤ ਰਵਿਦਾਸ ਜੀ ਕਹਿੰਦੇ ਮੈਂ ਤੇ ਬਹੁਤ ਜਨਮ ਤੋਂ ਵਿਛੜਿਆ ਆਇਆ ਸੀ, ਹੁਣ ਨਹੀਂ, ਜੋੜ ਲਓ। ਕਿਉਂ ਨਹੀਂ ਬੋਲਦੇ ਮੇਰੇ ਨਾਲ ਵਾਹਿਗੁਰੂ ਜੀ? ਕਿਉਂ ਨਹੀਂ ਮੇਰੇ ਨਾਲ ਗੱਲਾਂ ਕਰਦੇ? ਮੇਰੇ ਤੋਂ ਕਿੱਥੇ ਖਾਮੀ ਰਹਿ ਗਈ ਹੈ? ਵਾਹਿਗੁਰੂ ਜੀ ਨਾਲ ਗੱਲਾਂ ਚੱਲ ਰਹੀਆਂ ਨੇ। ਹਮ ਸਰਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੇ ਪਾਤਸ਼ਾਹ, ਬਸ ਹੋਰ ਨਹੀਂ। ਮੇਰੇ ਕੋਲੋਂ ਨਹੀਂ ਪ੍ਰੀਖਿਆ ਦਿੱਤੀਆਂ ਜਾਂਦੀਆਂ, ਜਿੱਦਾਂ ਦਾ ਹਾਂ ਉਦਾਂ ਦਾ ਹੀ ਪ੍ਰਵਾਨ ਕਰ ਲਓ। ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਗੱਲਾਂ ਚੱਲ ਰਹੀਆਂ ਨੇ, ਵਾਹਿਗੁਰੂ ਜੀ ਦੀਆਂ ਗੱਲਾਂ ਨਹੀਂ, ਵਾਹਿਗੁਰੂ ਜੀ ਨਾਲ ਗੱਲਾਂ ਨੇ। ਹਮ ਸਰਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ। ਤੁਹਾਡੇ ਬਚਨ ਜਦੋਂ ਮੈਂ ਸੁਣਦਾ ਨਾ, ਜਦੋਂ ਤੁਹਾਡੇ ਬਚਨ ਚੱਲਦੇ ਨੇ, ਮੇਰਾ ਮਨ ਟਿਕਾਊ ਚ ਆ ਜਾਂਦਾ ਹੈ, ਮੇਰਾ ਮਨ ਪਤੀਜ ਜਾਂਦਾ ਹੈ। ਇੱਥੇ ਫਰਕ ਸਮਝਣਾ, ਕਮਾਈ ਦਾ ਧਿਆਨ ਕਰਨਾ। ਮੈਂ ਬੋਲਦਾ ਪਿਆ ਤੇ ਮੇਰਾ ਧਿਆਨ ਭਗਤ ਜੀ ਵੱਲ ਨਹੀਂ, ਤੁਹਾਡੇ ਵੱਲ, ਕਿ ਤੁਸੀਂ ਗੱਲਾਂ ਮੇਰੀਆਂ ਸੁਣਦੇ ਪਏ ਕਿ ਨਹੀਂ ਸੁਣਦੇ ਪਏ। ਮੈਂ ਵਿਦਵਾਨ ਹਾਂ, ਮੈਂ ਇੰਨੀਆਂ ਵਧੀਆ ਗੱਲਾਂ ਕਰਨ ਵਾਲਾ, ਇੰਨੇ ਵਧੀਆ ਸ਼ਬਦ ਸੁਣਾਉਣ ਵਾਲਾ, ਇੰਨਾ ਵਧੀਆ ਕੀਰਤਨ ਕਰਨ ਵਾਲਾ, ਇੰਨੀਆਂ ਵਧੀਆ ਸੁਰਾਂ ਲਾਉਣਾ। ਕਿਹਦੇ ਵਾਸਤੇ ਸੁਰਾਂ ਲਾਈਆਂ? ਕਿਹਦੇ ਸ਼ਬਦ? ਇਹ ਸੁਰਾਂ ਦੇਣ ਵਾਲਾ ਕੌਣ? ਇਹ ਗਲਾ ਦੇਣ ਵਾਲਾ ਕੌਣ? ਇਹ ਸ਼ਬਦ ਦੇਣ ਵਾਲਾ ਕੌਣ? ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਮੈਂ ਤੇ ਅਧੂਰਾ, ਟੁੱਟਿਆ ਹੋਇਆ, ਹਰ ਗੱਲ ਮੇਰੇ ਵਿੱਚ ਅਧੂਰੀ ਹੈ। ਤੁਸੀਂ ਸੁਰਤ ਮੈਨੂੰ ਦਿੱਤੀ ਸੀ, ਸੂਝ ਦਿੱਤੀ ਸੀ ਵਾਹਿਗੁਰੂ ਜੀ, ਮੈਂ ਤੇ ਉਸ ਸੂਝ ਨੂੰ ਵਰਤਣਾ ਵੀ ਨਾ ਸਿੱਖਿਆ। ਉਸ ਸੁਰਤ ਦੀ, ਸੂਝ ਦੀ ਸੁਚੱਜੀ ਵਰਤੋਂ ਨਾ ਕਰਨੀ ਸਿੱਖੀ। ਤੁਹਾਡੀਆਂ ਗੱਲਾਂ ਦੇ ਕੀਤੀਆਂ, ਤੁਹਾਡੇ ਨਾਲ ਗੱਲਾਂ ਨਹੀਂ ਕਰਨੀਆਂ ਆਈਆਂ, ਟੁੱਟ ਗਿਆ। ਤੁਹਾਡੇ ਨਾਲ ਇੱਥੇ ਆ ਕੇ ਵੀ ਟੁੱਟ ਗਿਆ, ਜਿੱਥੇ ਜੁੜਨ ਦੀ ਸੰਭਾਵਨਾ ਸੀ, ਇੱਥੇ ਆ ਕੇ ਵੀ ਟੁੱਟਿਆ ਹੀ ਰਿਹਾ। ਮੈਂ ਪ੍ਰਧਾਨ, ਮੈਂ ਸਕੱਤਰ, ਮੈਂ ਇੰਨਾ ਦਾਨੀ, ਇਹਦੀ ਚਰਚਾ ਕਰੋ। ਤੇ ਮਹਾਰਾਜ ਕਹਿੰਦੇ ਇਹ ਤੇ ਫਿਰ ਬਾਹਰ ਚੱਲਦਾ ਹੀ ਪਿਆ ਸੀ ਤੁਹਾਡਾ, ਮਾਨ ਅਪਮਾਨ ਬਾਹਰ ਚੱਲਦਾ ਹੀ ਪਿਆ ਸੀ ਤੁਹਾਡਾ।
ਨਿੰਦਿਆ ਉਸਤਤ ਚੱਲਦੀ ਪਈ ਸੀ ਤੁਹਾਡੀ, ਇੱਥੇ ਕਾਹਦੇ ਵਾਸਤੇ ਆਏ ਸੀ? ਜੇ ਇੱਥੇ ਆ ਕੇ ਵੀ ਤੁਸੀਂ ਇਸੇ ਹੀ ਔਗਣਾ ਦੀ, ਨਾ ਸਮਝੀ ਦੀ, ਬੇਸੰਜਮੀ, ਅਵੇਸਲੇਪਣ ਵਾਲੀ ਅਵਸਥਾ 'ਚ ਹੀ ਰਹਿਣਾ ਸੀ, ਫਿਰ ਬਾਹਰ ਦੇ ਵਿੱਚ ਤੇ ਇੱਥੇ ਵਿੱਚ ਫਰਕ ਕੀ? ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਇੱਥੇ ਕਮਾਈ ਦਾ ਧਿਆਨ ਕਰਨਾ ਸੀ। ਉਹਨਾਂ ਕੋਲ ਕਿਹੜੀ ਇਹੋ ਜੀ ਅਵਸਥਾ ਸੀ ਜਿਹਦੇ ਕਰਕੇ ਵਾਹਿਗੁਰੂ ਜੀ ਨੇ ਲੜ ਲਾ ਲਿਆ, ਵਾਹਿਗੁਰੂ ਜੀ ਨੇ ਆਪਣਾ ਬਣਾ ਲਿਆ? ਕਿਹੜੀ ਇਹੋ ਜਿਹੀ ਵਿਲੱਖਣ ਗੱਲ ਜਿਹਦੇ ਕਰਕੇ ਭਾਈਚਾਰੇ ਵਾਲੇ ਤੇ ਉੱਥੇ ਹੀ ਰਹਿ ਗਏ? ਮੇਰੀ ਜ਼ਾਤ ਕੁੱਟ ਬਾਂਢ ਲਾ, ਢੋਰ ਢਵੰਤਾ ਅਜੋਂ ਬਨਾਰਸੀ ਆਸ ਪਾਸਾ। ਮੇਰੀ ਜ਼ਾਤ ਦੇ ਤੇ ਅਜੇ ਵੀ ਉਹੀ ਢੋਰ ਹੀ, ਡੰਗਰ ਹੀ ਮਰੇ ਹੋਏ ਢੋਈ ਜਾਂਦੇ ਐ ਚਮੜੇ ਦੇ ਵਿੱਚ ਉੱਥੇ। ਪਰ ਉਹਨਾਂ ਨੂੰ ਤਿਰਸਕਾਰ ਅਜੇ ਵੀ ਸ਼ੂਦਰ ਸ਼ੂਦਰ ਕਹਿ ਕੇ ਬਾਹਮਣ ਦੇ ਰਹੇ ਨੇ, ਪੰਡਤ ਦੇ ਰਹੇ ਨੇ। ਪਰ ਉਹਨਾਂ ਨਾਲੋਂ ਵੱਖਰਾ ਮੇਰਾ ਪਾਤਸ਼ਾਹ ਕੈਸੀ ਤੁਸੀਂ ਇਹ ਕੌਤਕ ਕੀਤਾ, ਖੇਡ ਰਚਾਈ ਕਿ ਇਹ ਮੈਨੂੰ ਨਮਸਕਾਰ ਕਰਦੇ ਪਏ ਨੇ, ਮੇਰੀ ਜ਼ਾਤ ਬਰਾਦਰੀ ਵਾਲਿਆਂ ਨੂੰ ਨਹੀਂ। ਉਹਨਾਂ ਨੂੰ ਕਿਉਂ ਨਹੀਂ ਕਰ ਰਹੇ? ਉਹ ਵੀ ਚੰਮ ਦਾ ਕੰਮ ਕਰਨ ਵਾਲੇ, ਮੈਂ ਵੀ ਚੰਮ ਦਾ ਕੰਮ ਕਰਨ ਵਾਲਾ। ਮੈਨੂੰ ਨਮਸਕਾਰਾਂ ਹੋ ਰਹੀਆਂ ਨੇ, ਉਹਨਾਂ ਨੂੰ ਨਹੀਂ ਹੋ ਰਹੀਆਂ। ਕਿੱਥੇ ਫਰਕ ਪੈ ਗਿਆ? ਤੇਰੇ ਨਾਮ ਸ਼ਰਨ ਆਏ ਰਵਿਦਾਸ ਦਾਸਾ। ਮੈਨੂੰ ਸ਼ਰਨ ਵਿੱਚ ਨਹੀਂ ਆਉਣਾ ਆਇਆ, ਭਗਤ ਜੀ ਨੂੰ ਆ ਗਿਆ। ਤੇ ਜੇ ਨਹੀਂ ਆਇਆ, ਰੋਜ਼ ਅਰਦਾਸ ਕਰਦੇ ਆ ਤੇ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਅੱਜ ਭਗਤ ਰਵਿਦਾਸ ਜੀ ਦੀ ਕਮਾਈ, ਭਗਤ ਜੀ ਕਹਿੰਦੇ ਮੇਰੇ ਕੋਲ ਕੁਝ ਵੀ ਨਹੀਂ ਹੈ ਜਿਹਦੇ ਉੱਤੇ ਮੈਂ ਮਾਣ ਕਰ ਸਕਾਂ। ਨਾ ਮੇਰੇ ਕੋਲ ਅਕਲ, ਨਾ ਮੇਰੇ ਕੋਲ ਕਮਾਈ, ਨਾ ਮੇਰੇ ਕੋਲ ਕਰਮ, ਨਾ ਮੇਰੇ ਕੋਲ ਚਰਿੱਤਰ। ਮੈਂ ਨਹੀਂ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ। ਭਗਤ ਸਧਨਾ ਜੀ ਕੀ ਕੰਮ ਕਰਦੇ ਨੇ? ਮੈਂ ਬੇਨਤੀ ਕੀਤੀ, ਕਰਮ ਕੋਈ ਵੀ ਮਾੜਾ ਨਹੀਂ, ਕਿਰਤ ਕੋਈ ਮਾੜੀ ਨਹੀਂ। ਭਗਤ ਸਧਨਾ ਜੀ ਕਸਾਈ ਦਾ ਕੰਮ ਕਰਦੇ ਆ। ਤੇ ਜਦੋਂ ਆ ਗਏ ਤੇ ਵਾਹਿਗੁਰੂ ਜੀ ਨੂੰ ਕੀ ਕਹਿੰਦੇ ਆ? ਵਾਹਿਗੁਰੂ ਜੀ, ਜੇ ਤੁਹਾਡੇ ਕੋਲ ਆਉਣ ਤੋਂ ਬਾਅਦ ਵੀ ਮੈਨੂੰ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਨੇ ਡਰਾਉਂਦੇ ਰਹਿਣਾ ਹੈ, ਗਿੱਦੜਾਂ ਨੇ, ਤੇ ਫਿਰ ਤੁਹਾਡੇ ਕੋਲ ਆਉਣ ਦਾ ਲਾਭ ਕੀ ਹੋਇਆ? ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ। ਫਿਰ ਤੁਹਾਡੀ ਸ਼ਰਨ ਵਿੱਚ ਆਉਣ ਦਾ ਕੀ ਲਾਭ? ਜੇ ਮੇਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਮੇਰਾ ਖਹਿੜਾ ਨਹੀਂ ਛੁੱਟਣਾ, ਮੇਰੇ ਜੀਵਨ ਵਿੱਚ ਫੇਰ ਬੇਚੈਨੀ ਹੈ, ਸ਼ਾਂਤੀ, ਉਹੀ ਰੋਣਾ ਧੋਣਾ ਬਣਿਆ ਰਹਿਣਾ ਹੈ, ਉਹੀ ਦੁਨੀਆਦਾਰੀ ਦੀ, ਲੋਕਾਚਾਰੀ ਦੀ ਬਿਰਤੀ ਚੱਲਦੀ ਰਹਿੰਦੀ ਨਾ। ਮੈਂ ਤੇ ਤੁਹਾਡੇ ਕੋਲ ਇਸ ਕਰਕੇ ਆਇਆ ਪਰ ਜਿੱਦਾਂ ਦਾ ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਸੀ, ਮੈਂ ਉਹਨਾਂ ਚਿਰ ਤੁਹਾਡੇ ਕੋਲੋਂ ਨਹੀਂ ਜਾਣਾ ਜਿੰਨਾ ਚਿਰ ਤੱਕ ਮੈਨੂੰ ਆਪਣੇ ਨਾਲ ਜੋੜਦੇ ਨਹੀਂ। ਚੋੜੀ ਅੱਡੀ ਰੱਖਣੀ ਹੈ। ਤੇ ਕੌਤਕ ਵਾਪਰਿਆ। ਉਹ ਕੌਤਕ ਵਾਪਰਿਆ ਤੇ ਅੱਜ ਉਹਨਾਂ ਦੀ ਯਾਦ ਵਿੱਚ ਨਮਸਕਾਰਾਂ ਕਰ ਰਹੇ ਹਾਂ ਅਸੀਂ। ਉਹ ਕੌਤਕ ਵਾਪਰਿਆ ਤੇ ਅੱਜ ਉਹਨਾਂ ਦੀ ਕਮਾਈ ਦਾ ਧਿਆਨ ਧਰਿਆ ਜਾ ਰਿਹਾ। ਤੇ ਮੈਂ ਬੇਨਤੀ ਆਪ ਜੀ ਨੂੰ ਕਰਾਂ, ਜੇ ਤੇ ਕਰਨਾ ਆਪਾਂ ਨੇ ਸੱਚੀ ਮੁੱਚੀ ਭਗਤ ਜੀ ਦਾ ਸਤਿਕਾਰ, ਫਿਰ ਭਗਤ ਜੀ ਦੀਆਂ ਗੱਲਾਂ ਨਾ ਕਰੇ। ਕਿਉਂਕਿ ਜਦੋਂ ਭਗਤ ਜੀ ਦੀਆਂ ਗੱਲਾਂ ਕਰਦੇ ਆ ਨਾ, ਫਿਰ ਸਾਡੀ ਦੁਨਿਆਵੀ ਬੁੱਧੀ ਜਿਹੜੀ ਹੈ ਨਾ ਉਹ ਵਿੱਚ ਸ਼ਾਮਲ ਹੋ ਜਾਂਦੀ ਹੈ। ਮੇਰੀ ਬਰਾਦਰੀ, ਮੇਰਾ ਭਾਈਚਾਰਾ, ਦੇਖੋ ਗੁਰਮੁਖ ਪਿਆਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ।
ਤੁਹਾਨੂੰ ਵੀ याद है बहुतियां नूं ते मैनूं मैं सुनाता। लेकिन जदों मैं कहना सब ते वड्डा सतगुरु नानक, मैनूं खिमा कर देना। टुकड़े करते असीं गुरु ग्रंथ साहिब नूं मनण वालियां ने अपने अपने। कोई कहंदा नहीं भगत रविदास जी वड्डे है, कोई तन्ना जी का वखरा दिन अपना मना के कहते नहीं साडे जट्टां विचों है। इको एक तो भगत है जिहड़ा उन्होंने अपना भगत तन्ना जी नूं सुप्रीम बना उहदे आले दुआले गल कर। तीजे आए उन्होंने सतगुरु राम सिंह जी सहाय, वो गुरु ग्रंथ साहिब तो भी अगे चले गए। गल गुरु नानक साहब तो सब ने शुरू की, टुकड़े कर ले असीं अपने। गुरु ग्रंथ साहब के सामने खड़ के कही जाने प्रथमे सरबत खालसा जी की अरदास है जी। सरबत खालसा जी को वाहिगुरु 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 चेतावे, चेतावन का सदका सर्ब सुख होवे। जहां जहां खालसा जी साहब तां तां रचिया रियायत, ते जिहदी रचिया रियायत मंगदे आ ओहदी पग उछालन लग्या रत्ती पर संकोच भी नहीं करते। किस तरह की बेईमानी साडे अंदर। गुरु ग्रंथ साहब के सामने असीं पग्गो पग्गी हो जाने, नाले सिखां नूं सिक्खी दान भी मंगी जाने। मारे कहंदे मैं अपने तो पहला सच्चे पातशाह अपने सिख भरा दी अरदास कर। प्रथमे सरबत खालसा जी की अरदास, मैं अपनी अरदास बाद च करांगा पातशाह, अपनी मंग बाद च करांगा, पर पहला मैं अपने सिख भरा दी। मैनूं नहीं पता किथे किथे बैठा, पर जिथे भी बैठा पातशाह जहां जहां खालसा जी साहब तां तां रछिया रियायत। महाराज ओहदी रछिया करना, ओहदी रियायत करना पातशाह। सारियां नूं नाम चेतावे, जिथे जिथे भी तुहाडा नाम लेवा बैठा है ते नाम चेताउण दा सदका सर्ब सुख होवे। मैं ओहदी सुख मंगदा पातशाह, ओहदे लई नाम सिमरन मंगदा। क्या अजीब हिमाकत है, जिहदी सुख मंगदा ओहदी बदखोई करन दे विच कोई झिझक नहीं। निक्की निक्की गल ते गुरुद्वारे दे विच चईयां लै लै पैण। आ गुरुद्वारा जिहड़ा है फलाणियां दा, आ गुरुद्वारा फलाणियां दा, आ गुरुद्वारा फलाणियां दा, इको पिंड दे विच 4-4 5-5 बना के उस गुरुद्वारे दे विच मैं नहीं जाना, क्योंकि वो मेरी बरादरी दा गुरुद्वारा नहीं है। मैनू गुरु ग्रंथ साहिब नाल वास्ता नहीं है, मैनू ते बरादरी नाल वास्ता है, मैनू ते भाईचारे नाल वास्ता है। उथों दा गुरु ग्रंथ साहिब मेरा गुरु ग्रंथ साहिब नहीं रहा। ते मैं तां कह रहा सी भी गुरु अर्जन देव जी जदों कहंदे ने सब ते वड्डा सतगुरु नानक जिनकर राखी मेरी, गुरु अर्जन देव पातशाह दे सब ते वड्डा सतगुरु नानक कहण विच ते मेरे सतगुरु नानक वड्डा कहण दे विच बड़ा फर्क है। गुरु अर्जन देव पातशाह ने गुरु नानक पातशाह नाल सुरती दी सांझ पा के, सुरती दा प्यार पा के, उथों झोलियां भरवा के उस जोत नाल अपने आप नूं प्रकाशित कीता। ते एक हाया कमाई करके पन मथरा कछ भेद नहीं, गुरु अर्जन प्रतख हर। जे जोत रूप हर आप गुरु नानक कहायो, तो उस गुरु नानक दी बाणी नाल सुरती जोड़ के उस शब्द की कमाई करदियां करदियां उत्थे पहुंच गए जिथे गुरु नानक साहब। उन्होंने गुरु दियां गल्लां नहीं कीतियां, गुरु नाल गल्लां कीतियां। उते कहंदे मेरी हालत आ सी, ज्ञान ध्यान किछ कर्म ना जाना, सार ना जाना। ते पातशाह मैनू ते तुहानू रिझाउण दा ना ज्ञान सी, ना तुहाडे नाल सुरती ध्यान जोड़न दी कोई मेरे अंदर समर्था सी। मैनू ते तुहानू प्रसन्न करने वास्ते कोई काम भी नहीं सी करना आउंदा, कोई कर्म नहीं सी मैनू करना आउंदा। पर ये ते मेरे ते बख्शिश होई, तरस कीता तुसी कि मैनू गुरु नानक दे लड़ लाया है। ते गुरु नानक जी दे लड़ लग के जदों मैं झोली अड्ड के गुरु नानक जी कोलों ज्ञान मंगिया, ध्यान मंगिया, वो कर्म मंगे जिहदे नाल वाहिगुरू जी तुसीं रीझ सकते सी, प्रसन्न हो सकते सी। ते गुरु नानक पातशाह ने मेरी सुरती नूं अपने शब्द नाल जोड़ के उत्थे तक लै गए जिथे तक वो आप सी। ते मथुरा भट्ट जी कहंदे
ਅੱਜ ਮੈਂ ਦੇਖ ਰਿਹਾ ਕਛ ਭੇਦ ਨਹੀਂ, ਕੋਈ ਅੰਤਰ ਨਹੀਂ ਹੈਗਾ। ਵਾਹਿਗੁਰੂ ਜੀ ਵਿੱਚ ਤੇ ਗੁਰੂ ਅਰਜਨ ਦੇਵ ਮਹਾਰਾਜ 'ਚ ਕੋਈ ਅੰਤਰ ਨਹੀਂ। ਤੇ ਸਾਹਿਬ ਕਹਿੰਦੇ ਯਾਦ ਰੱਖਿਓ ਮੇਰੇ ਕੋਲ ਆਉਣ ਵਾਲਿਓ, ਤੁਹਾਡੇ ਸਾਰਿਆਂ ਦੇ ਅੰਦਰ ਇਹ ਸੰਭਾਵਨਾ ਪਈ ਹੈ ਕਿ ਤੁਸੀਂ ਵੀ ਪ੍ਰਤੱਖ ਹਰ ਬਣ ਸਕਦੇ ਹੋ। ਅਸਲ ਵਿੱਚ ਮਹਾਰਾਜ ਕਹਿੰਦੇ ਤੁਸੀਂ ਪ੍ਰਤੱਖ ਹਰ ਹੈਗੇ ਹੋ। ਤੁਸੀਂ ਸਾਰੇ ਹੀ ਵਾਹਿਗੁਰੂ ਜੀ ਦੀ ਰੱਬੀ ਜੋਤ ਨਾਲ ਨਿਵਾਜੇ ਹੋਏ ਹੋ। ਤੁਹਾਡੇ ਸਾਰਿਆਂ ਦੇ ਅੰਦਰ ਜੋਤ ਹੈ, ਪਰ ਤੁਹਾਨੂੰ ਆਪਣੇ ਜੋਤ ਰੂਪ ਹੋਣ ਦਾ ਅਹਿਸਾਸ ਨਹੀਂ ਹੈ। ਤੇ ਜਿਨ੍ਹਾਂ ਨੇ ਗੁਰੂ ਨਾਲ, ਗੁਰੂ ਦੇ ਲੜ ਲੱਗ ਕੇ, ਗੁਰੂ ਨਾਲ ਸਾਂਝ ਪਾ ਕੇ ਇਹ ਭੇਦ ਸਮਝ ਲਿਆ, ਉਹ ਪ੍ਰਤੱਖ ਹਰ ਹੋ ਗਏ। ਤੁਸੀਂ ਵੀ ਹੋ ਸਕਦੇ ਹੋ। ਰੋਜ਼ ਮਹਾਰਾਜ ਦੀ ਬਾਣੀ ਦਾ ਇਹ ਉਚਾਰਨ ਪੜ੍ਹਦੇ ਹਾਂ ਅਸੀਂ। ਸੋਹਿਲਾ ਸਾਹਿਬ ਦੇ ਵਿੱਚ ਸਭ ਮਹਿ ਜੋਤ, ਜੋਤ ਹੈ ਸੋਏ ਸਭ ਵਿੱਚ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਮਹਾਰਾਜ ਕਹਿੰਦੇ ਜਿੰਨਾ ਚਿਰ ਤੁਹਾਡੇ ਅੰਦਰ ਜੋਤ ਹੈਗੀ ਵਾਹਿਗੁਰੂ ਜੀ ਦੀ, ਉਹਨਾਂ ਚਿਰ ਤੱਕ ਤੁਰਦੇ ਫਿਰਦੇ ਹੋ। ਜਿੰਨਾ ਚਿਰ, ਜਦੋਂ ਜੋਤ ਕੱਢ ਲੈਣੀ ਹੈ ਨਾ ਉਹਨੇ ਤੁਹਾਡੇ ਇਸ ਪੰਜ ਭੂਤਕ ਸਰੀਰ ਚੋਂ, ਇਹਨੇ ਮਿੱਟੀ ਹੋ ਕੇ ਕਾਢੋ ਕਾਢੋ ਹੋ ਹੀ ਜਾਣੀ। ਕੁਝ ਹੀ ਮਿੰਟ ਬਤੀਤ ਹੋਣੇ ਨੇ ਰੋਣੇ ਧੋਣੇ ਦੇ, ਫੇਰ ਬੈਠ ਕੇ ਸਲਾਹਾਂ ਕਰਨ ਲੱਗ ਜਾਣਾ। ਸੰਸਕਾਰ ਕਿੰਨੇ ਵਜੇ ਕਰਨਾ ਹੈ ਜੀ, ਅਰਥੀ ਕਿੰਨੇ ਕੁ ਵਜੇ ਲੈ ਕੇ ਜਾਣੀ ਹੈ ਜੀ, ਬਸ ਇੰਨਾ ਕੀ। ਕੁਝ ਮਿੰਟ ਪਹਿਲਾਂ ਕਹਿੰਦੀ ਕੀ ਹੋ ਗਿਆ, ਚੰਗਾ ਭਲਾ ਹੱਸਦਾ ਖੇਡਦਾ ਸੀ, ਕਿੱਥੇ ਚਲੇ। ਕੁਝ ਗੱਲਾਂ ਕੀਤੀਆਂ ਤੇ ਫਿਰ ਆਪਣੇ ਹੀ ਕਹਿਣ ਲੱਗੇ ਹੁਣ ਸੰਸਕਾਰ ਦਾ ਟਾਈਮ ਕੀ ਰੱਖਣਾ ਜੀ, ਕਾਢੋ ਕਾਢੋ ਹੋਈ। ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਦਾ ਜੀਵਨ ਪ੍ਰਕਾਸ਼ਿਤ ਹੈ, ਜਿਉਂਦਾ ਜਾਗਦਾ ਹੈ, ਤੇ ਉਸ ਜੋਤ ਦੇ ਕਰਕੇ ਜਿਹੜੀ ਅੰਦਰ ਪਈ ਹੈ। ਪਰ ਤੁਹਾਨੂੰ ਨਹੀਂ ਮਹਾਰਾਜ ਕਹਿੰਦੇ ਪਤਾ ਲੱਗ ਰਿਹਾ। ਕਿਵੇਂ ਪਤਾ ਲੱਗੇਗਾ ਜੀ? ਕੀ ਹੈ ਅੱਗੇ ਬਚਨ ਜੀ? ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤ ਪ੍ਰਗਟ ਹੋਣੀ ਹੈ ਤੁਹਾਡੇ ਅੰਦਰੋਂ, ਬਾਹਰੋਂ ਨਹੀਂ ਆਉਣੀ। ਰੱਬ ਨੇ ਬਾਹਰੋਂ ਨਹੀਂ ਆਉਣਾ, ਰੱਬ ਤੁਹਾਡੇ ਅੰਦਰ ਹੈ। ਮਹਾਰਾਜ ਕਹਿੰਦੇ ਅੰਦਰੋਂ ਪ੍ਰਗਟ ਕਰਨਾ ਹੈ। ਤੁਸੀਂ ਰੱਬ ਰੂਪ ਹੋ, ਰੱਬ ਹੀ ਹੋ ਤੁਸੀਂ। ਮਹਾਰਾਜ ਕਹਿੰਦੇ ਆਪਣੇ ਰੱਬ ਹੋਣ ਦਾ ਤੁਹਾਨੂੰ ਅਹਿਸਾਸ ਨਹੀਂ ਹੋ ਰਿਹਾ। ਇਸੇ ਕਰਕੇ ਗੁਰੂਦੇਵ ਨੇ ਬਾਣੀ ਵਿੱਚ ਬੜੇ ਰਮਜ਼ ਭਰੇ ਬਚਨ ਥਾਂ ਥਾਂ ਦੇ ਸਾਹਿਬ ਕਹਿੰਦੇ ਯਾਦ ਰੱਖਿਓ, ਬਾਣੀ ਜਿੰਨੀ ਮਰਜ਼ੀ ਪੜ੍ਹੀ ਜਾਇਓ, ਸੁਣੀ ਜਾਇਓ, ਗਾਈ ਜਾਇਓ, ਵਿਚਾਰੀ ਜਾਇਓ। ਪੜ੍ਹਿਆ ਨਾਹੀਂ ਭੇਦ, ਬੁੱਝਿਆ ਪਾਵਣਾ। ਜਿੰਨਾ ਚਿਰ ਤੱਕ ਬਾਣੀ ਦੇ ਪਠਨ ਪਾਠਨ ਗਾਉਂਦਿਆਂ ਵਿਚਾਰਦਿਆਂ ਅੰਦਰਲੇ ਭੇਦ ਸਮਝ ਕੇ ਉਹਨੂੰ ਕਮਾਓਗੇ ਨਹੀਂ ਨਾ। ਕਹੀ ਜਾਓ ਜਿੰਨਾ ਮਰਜ਼ੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ, ਕਿੱਥੇ ਰੱਖੀ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਰੱਖੀ ਗਈ। ਉਹਨਾਂ ਉੱਤੇ ਤੱਤੀ ਤਵੀ ਤੇ ਬੈਠ ਕੇ ਵੀ ਤੇਰਾ ਕੀ ਆ ਮਿੱਠਾ ਲੱਗ ਗਿਆ ਕਹਿਣਾ ਆ ਗਿਆ। ਤੇ ਮੈਨੂੰ ਤੇ ਮਾੜੀ ਜੀ ਕਿਸੇ ਨੇ ਗੱਲ ਕਹੀ ਤੇ ਮੈਂ ਝਈਆਂ ਲੈ ਕੇ ਪਈ ਨਾ। ਭਗਤ ਸਾਈਂ ਮੀਆਂ ਮੀਰ ਜੀ ਕਹਿੰਦੇ ਪਾਤਸ਼ਾਹ ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦਾ, ਐਡਾ ਭਾਣਾ ਤੱਤੀ ਤਵੀ ਤੇ ਬੈਠ ਕੇ ਜਿਹੜਾ ਤੁਸੀਂ ਅਸਾ ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦਾ। ਤੇ ਮੈਂ ਕਹੂੰ ਤਾਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਪਾਤਸ਼ਾਹ ਕਹਿੰਦੇ ਸਾਈਂ ਜੀ ਇਹ ਤਾਕਤ ਕਿੱਥੋਂ ਆਈ? ਇਹ ਤਾਕਤ ਕਿੱਥੋਂ ਆਈ ਤੁਹਾਡੇ ਕੋਲ? ਕਹਿੰਦੇ ਅੱਲਾਹ ਤਾਲਾ ਨੇ। ਇਹ ਕਹਿੰਦੇ ਜੇ ਅੱਲਾਹ ਤਾਲਾ ਨੇ ਤੁਹਾਨੂੰ ਤਾਕਤ ਦਿੱਤੀ ਹੈ ਤੇ ਅੱਲਾਹ ਤਾਲਾ ਨੂੰ ਨਹੀਂ ਪਤਾ ਇਹ ਕੀ ਹੋ ਰਿਹਾ? ਇਹ ਉਹਦਾ ਕੀਤਾ ਹੋ ਰਿਹਾ ਹੈ। ਜਹਾਂਗੀਰ 'ਚ ਕੀ ਤਾਕਤ ਹੈ ਕਿ ਉਹ ਮੈਨੂੰ ਤਤੀ ਤਵੀ ਤੇ ਬਿਠਾ ਦੇਵੇ? ਨਹੀਂ, ਉਸ ਨੂੰ ਇਦਾਂ ਹੀ ਚੰਗਾ ਲੱਗ ਰਿਹਾ ਹੈ। ਤੇ ਬਸ ਜੇ ਅਸੀਂ ਉਹਦੇ ਹਾਂ ਤੇ ਜੋ ਤੁਧ ਭਾਵੈ ਸਾਈ ਪਲੀਕਾਰ ਦਾ ਪਾਠ ਸੁਰਤੀ ਵਿੱਚ ਦ੍ਰਿੜ ਕਰਨਾ ਸਿੱਖਣਾ ਪਏਗਾ। ਇਸ ਕਰਕੇ ਆਨੰਦ ਵਿੱਚ ਫਰਕ ਕਿੱਥੇ ਹੈ? ਇੰਨੀ ਸਹਿਜ ਅਵਸਥਾ, ਇੰਨੀ ਉੱਚੀ ਅਵਸਥਾ ਇਹ ਕਿਵੇਂ ਆ ਜਾਂਦੀ ਹੈ? ਬਸ ਮਹਾਰਾਜ ਕਹਿੰਦੇ ਐ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਕਿਰਤ ਤੇ ਕੀਰਤ ਜਦੋਂ ਜੋੜੋਗੇ ਨਾ, ਉੱਠਦਿਆਂ ਬੈਠਦਿਆਂ ਵਾਹਿਗੁਰੂ ਜੀ ਤੇਰਾ ਸ਼ੁਕਰ, ਤੇਰਾ ਸ਼ੁਕਰ, ਤੇਰਾ ਸ਼ੁਕਰ। ਤੁਹਾਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਤੁਹਾਨੂੰ ਗੁਫਾਵਾਂ ਵਿੱਚ ਜਾਣ ਦੀ ਲੋੜ ਨਹੀਂ।
ਤੁਹਾਨੂੰ ਭੋਰਿਆਂ 'ਚ ਵੜਨ ਦੀ ਲੋੜ ਨਹੀਂ। ਕਿਰਤ ਕਰਦਿਆਂ ਕਰਦਿਆਂ ਮਹਾਰਾਜ ਕਹਿੰਦੇ ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ ਕਿਰਤ ਦੇ ਨਾਲ ਨਾਲ ਸਾਥ ਸਾਥ ਸਿਮਰੋ ਗੋਬਿੰਦ ਵਾਲੇ ਪਾਸੇ ਚੱਲ ਪਾਉਂਗੇ। ਤੁਹਾਨੂੰ ਕੁਝ ਕਰਨਾ ਨਹੀਂ ਪਏਗਾ, ਤੁਹਾਡੇ ਕੋਲੋਂ ਹੋ ਜਾਏਗਾ। ਭਾਈ ਭੂਮੀਆ ਜੀ ਦੀ ਮੈਂ ਗੱਲ ਕਰ ਰਿਹਾ ਸੀ। ਗੁਰੂ ਨਾਨਕ ਪਾਤਸ਼ਾਹ ਪੁੱਛਦੇ ਆਨੰਦ ਲੈਣ ਆਇਆ ਮੇਰੇ ਕੋਲੋਂ, ਕਰਦਾ ਕੀ ਹੋਣਾ? ਸੱਚ ਸੱਚ ਦੱਸਦਾ। ਮੈਂ ਨਹੀਂ ਦੱਸਦਾ ਗੁਰੂ ਨਾਨਕ ਸਾਹਿਬ, ਮੈਂ ਗੁਰੂ ਗ੍ਰੰਥ ਸਾਹਿਬ ਦੇ ਸਰ ਮੈਂ ਫਿਰ ਪੋਚਾ ਪਾਚੀ ਪਾਉਣਾ। ਮੇਰਾ ਧਿਆਨ ਫਿਰ ਦੁਨੀਆ ਵੱਲ ਹੈ ਕਿ ਮੈਨੂੰ ਕੋਈ ਦੇਖਦਾ ਪਿਆ। ਮੈਂ ਆਪਣੇ ਔਗਣ ਚ ਪਾਉਣਾ, ਜਿਹੜੇ ਮੇਰੇ ਚ ਗੁਣ ਨਹੀਂ ਹੈਗੇ ਉਹ ਵੀ ਪ੍ਰਗਟ ਕਰਨੇ। ਜਦੋਂ ਮੈਂ ਭਾਈ ਸਾਹਿਬ ਤੁਹਾਡੇ ਵਰਗਾ ਤੇ ਅਸੀਂ ਸੇਵਕ ਨਹੀਂ ਦੇਖਿਆ, ਸਿੱਖ ਨੇ ਉਹ ਜੀ ਮੈਂ ਤੇ ਬਹੁਤ ਨਿਮਾਣਾ, ਮੈਂ ਤੇ ਦਾਸ ਆ ਜੀ। ਨਹੀਂ ਜੀ ਨਹੀਂ, ਤੁਸੀਂ ਤੇ ਮੈਨੂੰ ਅੰਦਰ ਸਵਾਦ ਆ ਰਿਹਾ ਹੈ। ਇਹ ਬੋਲੀ ਜਾਣ ਇਸ ਤਰ੍ਹਾਂ, ਮੇਰੀ ਹਉਮੈ ਨੂੰ ਰਸ ਆ ਰਿਹਾ। ਦੁਨੀਆ ਮੇਰੇ ਬਾਰੇ ਕੀ ਕਹਿੰਦੀ ਹੈ? ਓਏ ਭਲਿਆ, ਇੱਥੇ ਆ ਕੇ ਜੇ ਤੈਨੂੰ ਇਹ ਫਿਕਰ ਨਹੀਂ ਪਿਆ ਕਿ ਮੇਰਾ ਆਉਣਾ ਗੁਰੂ ਨੂੰ ਪਾਇਆ ਕਿ ਨਹੀਂ ਪਾਇਆ, ਗੁਰੂ ਨੇ ਮੇਰੀ ਹਾਜ਼ਰੀ ਪ੍ਰਵਾਨ ਕੀਤੀ ਕਿ ਨਹੀਂ ਕੀਤੀ। ਭਾਈ ਸਾਹਿਬ ਨੇ ਤੇ ਸਾਡੇ ਵੱਲੋਂ ਕਹਿਤਾ, ਮਹਾਰਾਜ ਤਿਲ ਫੁੱਲ ਭੇਟਾਵਾਂ, ਹਾਜ਼ਰੀਆਂ ਪ੍ਰਵਾਨ ਕਰਨਾ। ਭਾਈ ਸਾਹਿਬ ਨੇ ਫਿਕਰਾ ਬੋਲਤਾ, ਮੈਂ ਸੁਣ ਲਿਆ, ਕਿਸੇ ਨੇ ਉਹ ਵੀ ਨਹੀਂ ਸੁਣਿਆ। ਧਿਆਨ ਪਤਾ ਨਹੀਂ ਕਿੱਥੇ ਹੈ। ਪ੍ਰਵਾਨ ਕਿਵੇਂ ਹੋਣਾ ਹੈ? ਜਦੋਂ ਮੈਂ ਤੇ ਗੁਰੂ ਸਾਹਿਬ ਵਿੱਚੋਂ ਦੁਨੀਆ ਨਿਕਲ ਜਾਏਗੀ। ਦੁਨੀਆ ਨਿਕਲੇਗੀ ਵਿੱਚੋਂ, ਸਿਰਫ ਮੈਂ ਹੋਵਾਂਗਾ ਤੇ ਸੱਚੇ ਪਾਤਸ਼ਾਹ ਹੋਣ। ਭਗਤ ਜੀ ਇਹ ਕਹਿ ਰਹੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਮੈਂ ਕੀ ਕਹਿ ਰਿਹਾ, ਦੁਨੀਆ ਸੁਣਦੀ ਕਿ ਨਹੀਂ। ਸਿੱਧੀ ਗੱਲ ਕਰ ਰਹੇ ਨੇ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ। ਪਾਤਸ਼ਾਹ ਤੁਹਾਡੇ ਬਚਨਾਂ ਦੇ ਨਾਲ ਮੇਰਾ ਮਨ ਪਤੀਜ ਜਾਵੇ, ਮੈਨੂੰ ਦੁਨੀਆ ਦੇ ਬੋਲ ਕਬੋਲ ਨਹੀਂ, ਉਹਨਾਂ ਦੀ ਪਰਵਾਹ ਨਾ ਰਹੇ। ਤੁਸੀਂ ਤੁਹਾਡੀ ਸਿਫਤ ਸਲਾਹ ਤੇ ਮੇਰੀ ਸੁਰਤੀ, ਮੇਰਾ ਹਿਰਦਾ ਇੱਥੇ ਖੜ ਜਾਏ। ਜਨ ਕੋ ਪੂਰਨ ਦੀਜੈ, ਮੇਰੇ ਤੇ ਬਖਸ਼ਿਸ਼ ਕਰ ਦਿਓ ਪਾਤਸ਼ਾਹ, ਐ ਦਾਤ ਦੇ ਦਿਓ। ਹਾਂ ਬਲ ਬਲ ਜਾਉ ਰਮਈਆ ਕਾਰਨੇ ਸਦਕੇ ਪਾਤਸ਼ਾਹ। ਕਾਰਨ ਕਵਨਾ ਬੋਲ ਪਾਤਸ਼ਾਹ, ਮੇਰੇ ਕੋਲੋਂ ਕੀ ਗਲਤੀਆਂ ਹੋ ਰਹੀਆਂ ਨੇ, ਤੁਸੀਂ ਬੋਲਦੇ ਕਿਉਂ ਨਹੀਂ ਮੇਰੇ ਨਾਲ? ਮੇਰੇ ਨਾਲ ਗੱਲਾਂ ਕਿਉਂ ਨਹੀਂ ਕਰਦੇ ਪਾਤਸ਼ਾਹ? ਤੁਸੀਂ ਕਿੱਥੇ ਹੈ ਦੁਨੀਆ? ਇੱਥੇ ਵਾਹਿਗੁਰੂ ਜੀ ਨਾਲ ਗੱਲਾਂ ਚੱਲਦੀਆਂ ਪਈਆਂ। ਮਾਰੇ ਕਹਿੰਦੇ ਵਾਹਿਗੁਰੂ ਜੀ ਦੀਆਂ ਗੱਲਾਂ ਨਾ ਕਰਿਆ ਕਰੋ, ਵਾਹਿਗੁਰੂ ਜੀ ਨਾਲ ਗੱਲਾਂ ਕਰਨੀਆਂ। ਮੇਰੇ ਕੋਲ ਆ ਕੇ ਇਹੀ ਮੈਂ ਤੁਹਾਨੂੰ ਸਿਖਾਉਣਾ। ਸਾਹਿਬ ਜੀ ਕਹਿੰਦੇ ਆਪਣੀਆਂ ਗੱਲਾਂ ਨਾ ਕਰਿਆ ਕਰੋ। ਰੋਜ਼ ਆਪਣੀਆਂ ਗੱਲਾਂ ਕਰਦੇ ਹੋ, ਤੂੰ ਜਾਣਦਾ ਨਹੀਂ ਮੈਂ ਕੌਣ ਆ। ਨਿੱਕੀ ਨਿੱਕੀ ਗੱਲ ਤੇ ਉਹ ਤੂੰ ਜਾਣਦਾ ਨਹੀਂ ਮੈਂ ਕੌਣ ਆ। ਕਦੀ ਭਲਿਆ ਆਪਣੇ ਆਪ ਨਾਲ ਗੱਲ ਕਰ, ਸੁਨੋ ਰੇ ਤੂੰ ਕੌਣ, ਕਹਾਂ ਤੇ ਆਏ ਹੋ। ਕਦੀ 5-7 ਮਿੰਟ ਆਪਣੇ ਆਪ ਨਾਲ ਬੈਠਿਆ ਕਰ ਭਲਿਆ। ਮੇਰੇ ਸਤਿਗੁਰੂ ਨੇ ਮੈਨੂੰ ਆਖਿਆ ਹੈ, ਕਦੀ ਤੇ ਆਪਣੇ ਆਪ ਨਾਲ ਬੈਠ, ਦੁਨੀਆ ਨਾਲ ਹੀ ਬੈਠ। ਕਿਤੇ 5 ਮਿੰਟ 7 ਮਿੰਟ ਇਕੱਲੇ ਬਹਿਣਾ ਪੈ ਜਾਏ ਤੇ ਕਹਿੰਦੇ ਮੈਂ ਬੋਰ ਹੋ ਗਿਆ, ਕਹਿੰਦਾ ਉਕਤਾ ਗਿਆ। ਕਹਿੰਦਾ ਕੋਈ ਚਾਹੀਦਾ ਗੱਲਾਂ ਕਰਨ ਵਾਲਾ ਚਾਹੀਦਾ। ਹਮ ਉਮਰ ਨਹੀਂ ਮਿਲਿਆ, ਕੋਈ ਵੱਡਾ ਬਜ਼ੁਰਗ ਮਿਲ ਜਾਏ, ਨਹੀਂ ਤੇ ਨਿਆਣਾ ਹੀ ਮਿਲ ਜਾਏ, ਕੋਈ ਨਿਆਣੇ ਨਾਲ ਹੀ ਮਨ ਦੂਜਾ ਚਾਹੀਦਾ। ਤੇ ਜੇ ਨਿਆਣਾ ਵੀ ਨਹੀਂ ਮਿਲਿਆ, ਚਿੜੀਆਂ ਤੋਤੇ ਰੱਖ ਲਓ, ਕੁੱਤੇ ਬਿੱਲੀਆਂ ਰੱਖ ਲਓ, ਇਕੱਲਤਾ ਨਹੀਂ। ਤੇ ਜੋ ਵੀ ਨਹੀਂ ਮਿਲੇ ਤੇ ਕੋਈ ਪੁਰਾਣੀ ਕਿਤਾਬ ਵੀ, ਜੋ ਅਖਬਾਰ ਹੀ ਪਈ ਹੁੰਦੀ, ਅਖਬਾਰ ਹੀ ਚੱਕ, ਨਾ ਕੋਈ ਉਹਦੇ ਅਰਥ ਨਾ ਕੋਈ ਵਾਸਤਾ, ਟਾਈਮ ਪਾਸ ਨਹੀਂ ਹੁੰਦਾ ਜੀ। ਕਹਿੰਦੇ ਇਕੱਲੇ ਬੋਰ ਹੋ ਜਾਂਦੇ ਆ। ਬਸ ਮਹਾਰਾਜ ਕਹਿੰਦੇ ਇੰਨਾ ਹੀ ਫਰਕ ਹੈ। ਜਿਨ੍ਹਾਂ ਭਗਤਾਂ ਦੇ ਦਿਨ ਮਨਾਉਂਦੇ ਹੋ ਨਾ, ਤੁਹਾਡਾ ਤੇ ਭਗਤਾਂ ਦਾ ਇਹੀ ਫਰਕ ਹੈ। ਮਹਾਰਾਜ ਕਹਿੰਦੇ ਭਗਤਾਂ ਤੈਸ ਹੈ ਸਾਰੀਆਂ, ਜੋੜ ਕਦੇ ਨਾ ਆਇਆ। ਭਗਤਾਂ ਤੇ ਸੰਸਾਰੀਆਂ ਦਾ ਮਹਾਰਾਜ ਕਹਿੰਦੇ ਜੋੜ ਮੇਲ ਬਣਦਾ ਹੀ। ਅਸੀਂ ਭਗਤਾਂ ਦੇ ਨਾਮ ਤੇ ਲੜੀ ਜਾਂਦੇ ਆ, ਗੁਰੂਆਂ ਦੇ ਨਾਮ ਤੇ ਲੜੀ ਜਾਂਦੇ ਆ। ਸਾਹਿਬ ਕਹਿੰਦੇ ਭਗਤਾਂ ਤੇ ਸੰਸਾਰੀਆਂ ਦਾ ਜੋੜ ਹੀ ਨਹੀਂ ਕਦੀ ਬਣਦਾ। ਕਾਰਨ ਕੀ ਹੈ? ਭਗਤ ਇਕਾਂਤ ਚਾਹੁੰਦਾ ਹੈ, ਸੰਸਾਰੀ ਆ ਭੀੜ ਚਾਹੁੰਦਾ ਹੈ। ਕੋਈ ਹੋਵੇ
ਭਗਤ ਭੀੜ ਦੇ ਵਿੱਚ ਬੋਰ ਹੁੰਦਾ ਹੈ, ਸੰਸਾਰੀ ਇਕੱਲਾ ਬੈਠ ਕੇ ਬੋਰ ਹੁੰਦਾ ਹੈ। ਮਹਾਰਾਜ ਕਹਿੰਦੇ ਨਾ ਭਲਿਓ, ਤੁਹਾਡਾ ਇਹ ਜੋੜ ਇਸ ਕਰਕੇ ਨਹੀਂ ਬਣਦਾ ਕਿ ਤੁਹਾਨੂੰ ਉਹਨਾਂ ਦੀ ਕਮਾਈ ਦਾ ਧਿਆਨ ਕਰਨਾ ਨਹੀਂ ਆ ਰਿਹਾ। ਉਹਨਾਂ ਕੋਲ ਆਨੰਦ ਕਿਉਂ ਹੈ, ਮੇਰੇ ਕੋਲ ਕਿਉਂ ਨਹੀਂ ਆਨੰਦ? ਪਾਤਸ਼ਾਹ ਕਹਿੰਦੇ ਆਪਣੇ ਆਪ ਨਾਲ ਬੈਠਣਾ ਸਿੱਖੋ, ਆਪਣੇ ਆਪ ਨਾਲ ਗੱਲਾਂ ਕਰਨਾ ਸਿੱਖੋ। ਦੁਨੀਆ ਨੂੰ ਕਹਿਣਾ ਛੱਡ ਦਿਓ, ਤੂੰ ਜਾਣਦਾ ਨਹੀਂ ਮੈਂ ਕੌਣ, ਮੇਰਾ ਨਾਮ ਹੀ ਇਕੱਲਾ ਨਾ ਲਿਆ ਜਾਵੇ। ਮੈਂ 2 ਟਕੇ ਇੱਥੇ ਦੇਤੇ ਮਨਜੀਤ ਸਿੰਘ, ਨਹੀਂ ਮਨਜੀਤ ਸਿੰਘ ਤੇ ਕਈ ਹੋਣਗੇ, ਮਨਜੀਤ ਸਿੰਘ ਬਾਜਵਾ, ਮਨਜੀਤ ਸਿੰਘ ਫਲਾਣਾ 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 ਜਾਤਾਂ ਪਦ ਮੈਨੂੰ ਨਾ, ਮੇਰੇ ਨਾਮ ਦੀ ਪਛਾਣ ਦੁਨੀਆ ਨੂੰ ਲੱਗੇ ਕਿ ਕਿਹੜੇ ਮਨਜੀਤ ਸਿੰਘ ਨੇ ਇੱਥੇ ਦਿੱਤੇ ਨੇ। ਤੇ ਫਿਰ ਗੁਰੂ ਕਿੱਥੇ ਆਏ? ਇੱਥੇ ਆ ਕੇ ਦੁਨੀਆ ਹੈ। ਭਗਤ ਦਾ ਜੋੜ ਬਣ ਗਿਆ ਉੱਥੇ, ਬਚਨੀ ਤੋਰ ਮੋਰ ਮਨ ਮਾਨੈ। ਤੇ ਮੈਂ ਤੁਹਾਡੇ ਕੋਲੋਂ ਬੋਲ ਸੁਣ ਸੁਣ ਕੇ ਮੇਰਾ ਮਨ ਮੰਨਦਾ। ਭਗਤ ਜੀ ਕਹਿੰਦੇ ਵਾਹਿਗੁਰੂ ਜੀ ਮੈਨੂੰ ਤੁਹਾਡੇ ਬੋਲਾਂ ਦੇ ਕਰਕੇ, ਤੁਹਾਡੀ ਸਿਫਤ ਸਲਾਹ, ਤੁਹਾਡੀ ਸ਼ਬਦ, ਤੁਹਾਡਾ ਗੁਣਗਾਨ, ਉਹਦੇ ਨਾਲ ਮੇਰਾ ਮਨ ਮੰਨਦਾ ਤੇ ਮੈਂ ਦੁਨੀਆ ਕੋਲੋਂ ਵਾਹ ਵਾਹ ਲੱਭਦਾ। ਸਾਹਿਬ ਕਹਿੰਦੇ ਦੁਨੀਆ ਕੱਢੋ ਵਿੱਚੋਂ। ਭਗਤ ਜੀ ਕਹਿੰਦੇ ਐਵੇਂ ਨਹੀਂ ਪੰਡਤਾਂ ਨੇ ਮੈਨੂੰ ਨਮਸਕਾਰ ਕੀਤੀ, ਮੇਰੇ ਸਾਥੀ ਭਾਈਚਾਰਿਆਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਨੂੰ ਫੇਰ ਸ਼ੂਦਰ ਸ਼ੂਦਰ ਕਹੀ ਜਾਂਦੇ ਆ, ਮੇਰੀ ਜ਼ਾਤ ਕੁੱਟ ਵੰਡ ਲਾ, ਟੋਰ ਟਵੰਤਾ ਅਜੋਂ ਬਨਾਰਸੀ ਆਸ ਪਾਸਾ, ਉਹਨਾਂ ਨੂੰ ਨਹੀਂ ਕੋਈ ਪੁੱਛਦਾ ਤੇ ਮੈਨੂੰ ਨਮਸਕਾਰਾਂ ਕਰਦੇ ਆ, ਕਿਉਂਕਿ ਮੈਂ ਦੁਨੀਆ ਦੀ ਪਰਵਾਹ ਛੱਡਤੀ, ਮੈਂ ਆਪਣੇ ਕਰਤਾ ਪੁਰਖ ਵਾਹਿਗੁਰੂ ਜੀ ਦੀ ਪਰਵਾਹ ਕਰਨੀ ਸ਼ੁਰੂ ਕਰਤੀ। ਇਸ ਕਰਕੇ ਮਹਾਰਾਜ ਕਹਿੰਦੇ ਜੋ ਲੋੜੀਂਦੇ ਰਾਮ ਸੇਵਕ ਸਹੀ ਕਰ, ਉਹ ਸੇਵਕ ਬਣ ਜਾਂਦੇ ਨੇ। ਤੇ ਫਿਰ ਜੇ ਜਿਹਨੂੰ ਸੇਵਕ ਬਣਨਾ ਆ ਜਾਏ ਤੇ ਮਹਾਰਾਜ ਕਹਿੰਦੇ ਜਿਹਦੇ ਹੀ ਸੇਵਕ ਬਣਦੇ ਨਾ, ਉਸ ਮਾਲਕ ਦਾ ਜੋ ਕੁਝ ਹੁੰਦਾ ਨਾ ਉਹ ਸਾਰਾ ਸੇਵਕ ਨੂੰ ਮਿਲ ਜਾਂਦਾ ਹੈ। ਇਹ ਬਾਣੀ ਦੇ ਫੈਸਲੇ ਨੇ। ਸਾਹਿਬ ਕਹਿੰਦੇ ਬਣ ਕੇ ਦੇਖੋ, ਮੈਂ ਬਣ ਕੇ ਦੇਖਿਆ। ਸਾਹਿਬ ਜੀ ਕਹਿੰਦੇ ਮੇਰਾ ਅਨੁਭਵ ਹੈ। ਸਾਹਿਬ ਕਹਿੰਦੇ ਜੋ ਕੁਛ ਠਾकुर का सो सेवक का, सेवक ठाकुर ही संसार। जो कुछ ठाकुर ਦਾ ਮਹਾਰਾਜ ਕਹਿੰਦੇ ਉਹ ਸਾਰਾ ਸੇਵਕ ਨੂੰ ਮਿਲਦਾ। ਠਾकुर ਕੋਲ ਕੋਈ ਆਪਸ਼ਨ ਹੀ ਨਹੀਂ ਰਹਿ ਜਾਂਦੀ ਕਿ ਸੇਵਕ ਆਖੇ ਤੇ ਠਾकुर ਜਿਹੜਾ ਉਹ ਕਿ ਮੈਂ ਨਹੀਂ ਦੇਣਾ। ਨਹੀਂ, ਠਾकुर ਤੇ ਉਡੀਕਦਾ ਹੈ ਮੇਰਾ ਸੇਵਕ ਮੇਰੇ ਕੋਲੋਂ ਮੰਗੇ ਤੇ ਮੈਂ ਦੇ ਕੇ ਖੁਸ਼ ਹੋਵਾਂ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ। ਆਪ ਚੱਲ ਕੇ ਵਾਹਿਗੁਰੂ ਜੀ ਜਾਂਦੇ ਐ। ਮੇਰੇ ਪਿਆਰੇ ਨੂੰ ਉਡੀਕਣਾ ਤੇ ਨਹੀਂ ਪੈ ਰਿਹਾ ਨਾ, ਮੈਂ ਉਡੀਕ ਨਹੀਂ ਕਰਵਾ ਸਕਦਾ। ਇੱਥੇ ਹੀ ਹੈ ਫਰਕ। ਸਾਨੂੰ ਜਾਚ ਨਹੀਂ ਆ ਰਹੀ ਕਿਉਂਕਿ ਸਾਨੂੰ ਕਮਾਈ ਦਾ ਧਿਆਨ ਕਰਨਾ ਨਹੀਂ ਆ ਰਿਹਾ। ਭਗਤ ਜੀ ਕਹਿੰਦੇ ਦੇਖੋ ਮੈਂ ਕੀ ਖੇਡ ਵਰਤਾਈ ਹੈ। ਵਾਹਿਗੁਰੂ ਜੀ ਨਾਲ ਸਿੱਧੀਆਂ ਗੱਲਾਂ ਕਰਦੇ ਆ। ਕਹਿੰਦੇ ਵਾਹਿਗੁਰੂ ਜੀ ਨੂੰ ਕਹਿੰਦੇ ਤੂੰ ਮੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੱਸਿਆਂ ਨਾਲ ਬੰਨਿਆ ਸੀ ਨਾ, ਤੇ ਮੈਨੂੰ ਪਾਤਾ ਸੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਈਰਖਾ ਦੁਵੇਸ਼ ਦੇ ਚੱਕਰ ਵਿੱਚ ਜੰਜਾਲ 'ਚ ਫਸਾਤਾ ਸੀ ਤੇ ਮੈਂ ਘੁੰਮਣ ਘੇਰੀਆਂ 'ਚ ਫਸ ਗਿਆ ਸੀ ਸੰਸਾਰੀਆਂ ਵਾਂਗ। ਪਰ ਮੈਨੂੰ ਗੁਰੂ ਮਿਲ ਗਿਆ ਤੇ ਜਦੋਂ ਗੁਰੂ ਮਿਲਿਆ ਨਾ ਉਹ ਗੱਲਾਂ ਨਾਲ ਨਹੀਂ ਮਿਲਿਆ, ਸਾਡੇ ਵਾਂਗ ਨਹੀਂ। ਸਾਰੀ ਜ਼ਿੰਦਗੀ ਲੰਘੀ ਚਿੱਟੇ ਹੋ ਗਏ, ਗੁਰੂ ਨਾਲ ਮਿਲਣਾ ਨਹੀਂ ਆਇਆ। ਗੁਰੂ ਕੋਲ ਆਉਨੇ ਆ ਚਲੇ ਜਾਂਦੇ ਆ, ਸਰੀਰ ਕਰਕੇ ਆਉਨੇ ਆ, ਮਨ ਕਰਕੇ ਨਹੀਂ ਆਉਂਦੇ। ਸਾਹਿਬ ਕਹਿੰਦੇ ਮਿਲਣਾ ਤੇ ਉਹ ਮਿਲਣਾ ਹੈ ਜਿਹੜਾ ਮਨ ਕਰਕੇ ਸੁਰਤੀ ਕਰਕੇ ਮਿਲਣਾ ਹੋਵੇ। ਨਹੀਂ ਤੇ ਗੁਰੂਦੇਵ ਜੀ ਕਹਿੰਦੇ ਸਰੀਰ ਕਰਕੇ 1000 ਵਾਰੀ ਆਈ ਜਾਓ ਜਾਈ ਜਾਓ, ਕੁਛ ਨਹੀਂ ਜੇ ਫਰਕ ਪੈਣਾ। ਜਿੱਥੇ ਖੜੀ ਹੈ ਜ਼ਿੰਦਗੀ ਦੁੱਖਾਂ ਤਕਲੀਫਾਂ ਵਿੱਚ, ਸਹਿਮ ਦੇ ਵਿੱਚ, ਚਿੰਤਾਵਾਂ ਦੇ ਵਿੱਚ, ਉੱਥੇ ਖੜੀ ਰਹੇਗੀ। ਆਏ ਆ ਨਾ, ਮੈਂ ਬੇਨਤੀ ਸ਼ੁਰੂ ਇੱਥੋਂ ਕੀਤੀ ਸੀ, ਸਮਾਪਤੀ ਦਾ ਸਮਾਂ ਇੰਨੀ ਵਾਰੀ ਅੱਜ ਪਹਿਲੀ ਵਾਰੀ ਨਹੀਂ, ਕਿੰਨੀ ਵਾਰੀ ਇਸੇ ਤਰ੍ਹਾਂ ਆਈ ਗਏ ਆ ਜਾਈ ਗਏ ਆ ਜਾਈ ਗਏ।
ਸਾਹਿਬ ਕਹਿੰਦੇ ਕੋਈ ਫਰਕ ਨਹੀਂ ਜੇ ਪੈਣਾ, ਯਾਦ ਰੱਖਿਓ। ਗੁਰੂ ਅਮਰਦਾਸ ਸਾਹਿਬ ਕਹਿੰਦੇ ਐਵੇਂ ਭੁਲੇਖੇ 'ਚ ਨਾ ਰਹੋ। ਇੱਕ ਗੁਰਦੁਆਰਾ 15 ਗੁਰਦੁਆਰੇ ਹੋਰ ਬਣਾ ਲਓ, 15 'ਚ ਸਮਾਗਮ ਕਰ ਲਿਓ, ਕੁਛ ਨਹੀਂ। ਮੈਂ ਨਹੀਂ ਕਹਿ ਰਿਹਾ, ਗੁਰੂ ਅਮਰਦਾਸ ਸਾਹਿਬ ਬਾਣੀ 'ਚ ਕਹਿ ਰਿਹਾ। ਸਾਹਿਬ ਕਹਿੰਦੇ ਯਾਦ ਰੱਖਿਓ, ਸਤਿਗੁਰੂ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਪਾਓ। ਦੋ ਗੱਲਾਂ, ਸਤਿਗੁਰੂ ਕੀ ਪ੍ਰਤੀਤ ਨਾ ਆਈ, ਜੇ ਸਤਿਗੁਰੂ ਤੇ ਭਰੋਸਾ ਨਾ ਬਚਿਆ, ਫਿਰ ਬੰਦਿਆਂ ਵਾਲੇ ਪਾਸੇ ਭੱਜਦੇ ਰਹੇ। ਆਹ ਕੌਣ ਹੈ, ਆਹ ਕੌਣ ਹੈ, ਆਹ ਕੌਣ ਹੈ, ਇਹ ਤੇ ਮੇਰੀ ਬਰਾਦਰੀ ਦਾ, ਉਹ ਦੂਜਾ ਮੇਰੇ ਪਰਿਵਾਰ ਦਾ, ਆ ਭਾਈਚਾਰੇ ਦਾ ਫਲਾਣਾ। ਸਾਹਿਬ ਕਹਿੰਦੇ ਸਤਿਗੁਰੂ ਦੇ ਉੱਤੇ ਜੇ ਭਰੋਸਾ ਨਹੀਂ ਬਚਿਆ ਕਿ ਸਤਿਗੁਰੂ ਦੇ ਨਾਲ ਮੈਂ ਆਪਣੀ ਸੁਰਤੀ ਜੋੜ ਕੇ ਦੁਨੀਆ ਨੂੰ ਕੱਢ ਕੇ ਵਾਹਿਗੁਰੂ ਜੀ ਨੂੰ ਤੇ ਸਤਿਗੁਰੂ ਨੂੰ, ਸਤਿਗੁਰੂ ਦੇ ਸ਼ਬਦ ਨੂੰ, ਸਤਿਗੁਰੂ ਦੇ ਉਪਦੇਸ਼ ਨੂੰ ਲਿਆਉਣਾ ਹੈ। ਮੈਨੂੰ ਨਹੀਂ ਇਸ ਗੱਲ ਨਾਲ ਮਤਲਬ ਕਿ ਇਹ ਭਗਤ ਰਵਿਦਾਸ ਜੀ ਨੇ ਬਚਨ ਕੀਤਾ ਹੈ, ਕਿ ਇਹ ਧੰਨਾ ਜੀ ਨੇ ਕੀਤਾ ਹੈ, ਕਿ ਨਾਮਦੇਵ ਜੀ ਨੇ ਕੀਤਾ, ਕਿ ਗੁਰੂ ਨਾਨਕ ਸਾਹਿਬ ਨੇ ਕੀਤਾ। ਨਹੀਂ, ਮੈਨੂੰ ਮੇਰੇ ਸਤਿਗੁਰੂ ਨੇ ਆਖਿਆ ਕਿ ਤੇਰੇ ਲਈ ਦੀਨ ਦੁਨੀ ਦਾ ਰੱਖਿਅਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਹੈ। ਇਹਦੇ ਵਿੱਚ ਇੱਕ ਇੱਕ ਅੱਖਰ ਜਿਸ ਨੇ ਵੀ ਬਖਸ਼ਿਸ਼ ਕੀਤਾ ਹੈ ਮੇਰੇ ਲਈ, ਉਹ ਸਾਰੇ ਨਮਸਕਾਰ ਕਰ, ਉਹ ਸਾਰੇ ਮੇਰੇ ਆਪਣੇ। ਕਬੀਰ ਜੀ ਇਹ ਕਹਿ ਰਹੇ ਨੇ, ਕਹਿੰਦੇ ਮੇਰੇ ਲਈ ਨਹੀਂ ਕੋਈ ਬਗਾਨਾ। ਬਾਣੀ ਦਾ ਬਚਨ, ਏਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਾਰੇ। ਕਬੀਰ ਪੂੰਗਰਾ ਰਾਮ ਅੱਲਾਹ ਕਾ, ਸਭ ਗੁਰ ਪੀਰ ਹਮਾਰੇ। ਮੇਰੇ ਨੇ ਸਾਰੇ, ਸਭ ਗੁਰ ਪੀਰ ਹਮਾਰੇ। ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਸਾਨੂੰ ਕੀ ਹੋ ਗਿਆ, ਇੱਥੇ ਟੁਕੜੇ ਕਰ ਰਹੇ ਹਾਂ, ਵੰਡੀਆਂ ਪਾ ਰਹੇ ਹਾਂ। ਬਾਣੀ ਸਾਨੂੰ ਇਹ ਕਹਿ ਰਹੀ ਹੈ ਕਿ ਸਭ ਗੁਰ ਪੀਰ ਹਮਾਰੇ, ਅਸੀਂ ਟੋਟੇ ਕਰਕੇ ਨਹੀਂ, ਆਹ ਤੇਰਾ ਹੈ, ਇਹ ਮੇਰਾ ਹੈ, ਇਹ ਤੇਰੀ ਬਰਾਦਰੀ ਦਾ ਹੈ, ਇਹ ਮੇਰੀ ਬਰਾਦਰੀ। ਫਿਰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਕਿੱਥੋਂ ਹੋਏ ਜੀ ਅਸੀਂ? ਗੁਰੂ ਦੇ ਸਿੱਖ ਫਿਰ ਗੁਰਸਾਖੀ ਜੋਤ ਪ੍ਰਗਟ ਹੋਏ ਦਾ ਨਤੀਜਾ ਕਿੱਥੋਂ ਲੱਭਦੇ ਹਾਂ ਅਸੀਂ? ਫਿਰ ਜੋਤ ਕਿੱਥੋਂ, ਪ੍ਰਕਾਸ਼ੇ ਕਿੱਥੇ ਜਾਣਾ ਹੈ? ਫਿਰ ਉਹ ਅਗਿਆਨ ਦਾ ਹਨੇਰਾ, ਠੋਕਰਾਂ ਖਾਈ ਜਾਓ। ਫਿਰ ਮਹਾਰਾਜ ਕਹਿੰਦੇ ਜੇ ਇਦਾਂ ਹੀ ਟੁਕੜਿਆਂ ਦੇ ਵਿੱਚ ਤੁਸੀਂ ਜਿਉਣਾ ਹੈ, ਇਦਾਂ ਹੀ ਆਪਣੇ ਆਪ ਦੇ ਟੁਕੜੇ ਕਰ ਕਰਕੇ ਤੁਸੀਂ ਜ਼ਿੰਦਗੀ ਬਤੀਤ ਕਰਨੀ ਹੈ, ਵਿਛੜੇ ਰਹੋਗੇ, ਨਹੀਂ ਸੁਖ ਪਾਓਗੇ। ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਤਿਗੁਰੂ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਪਾਓ। ਜੇ ਸ਼ਬਦ ਨਾਲ ਪਿਆਰ ਨਹੀਂ ਬਣਿਆ, ਸ਼ਬਦ ਨਾਲ ਸੁਰਤੀ ਦਾ ਪਿਆਰ ਭਰਿਆ ਰਿਸ਼ਤਾ ਨਹੀਂ ਜੁੜਿਆ, ਤੇ ਇੱਕ ਗੱਲ ਮਹਾਰਾਜ ਕਹਿੰਦੇ ਯਾਦ ਰੱਖਿਓ, ਉਸ ਨੂੰ ਸੁੱਖ ਨਾ ਹੀ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਸੁੱਖ ਨਹੀਂ ਜੇ ਮਿਲਣਾ, ਤੁਹਾਨੂੰ ਆਨੰਦ ਨਹੀਂ ਮਿਲਣਾ, ਭਾਵੇਂ 100 ਵਾਰੀ ਮਹਾਰਾਜ ਕਹਿੰਦੇ ਆਈ ਜਾਇਓ ਜਾਈ ਜਾਇਓ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ, ਸੈਂਕੜੇ ਚੱਕਰ ਮਾਰੀ ਜਾਇਓ, ਆਈ ਜਾਇਓ ਜਾਈ ਜਾਇਓ, ਕੁਛ ਨਹੀਂ। ਭਾਵੇਂ ਮੈਂ ਤੇ ਭਾਵੇਂ ਤੁਸੀਂ, ਭਾਵੇਂ ਕੋਈ ਪ੍ਰਧਾਨ ਬਣ ਜਾਏ ਤੇ ਭਾਵੇਂ ਕੋਈ ਭਾਈ ਸਾਹਿਬ ਬਣ ਜਾਏ ਤੇ ਭਾਵੇਂ ਕੋਈ ਰਾਗੀ ਜਥਾ ਬਣ ਜਾਏ ਤੇ ਭਾਵੇਂ ਕੋਈ ਝਾੜੂ ਦੇਣ ਵਾਲਾ ਬੀਬੀ ਹੋਵੇ, ਕੋਈ ਹੋਵੇ, ਜਵਾਨ ਹੋਵੇ, ਬਜ਼ੁਰਗ ਹੋਵੇ, ਮਹਾਰਾਜ ਕਹਿੰਦੇ ਸੁੱਖ ਨਹੀਂ ਜੇ ਮਿਲਣਾ। ਸੁੱਖ ਉਦੋਂ ਹੀ ਮਿਲਣਾ ਹੈ ਜਦੋਂ ਹਉ ਤੇਰਾ ਤੂੰ ਹਮਾਰਾ, ਹਉ ਤੇਰਾ ਤੂੰ ਹਮਾਰਾ, ਬਸ ਤੀਸਰਾ ਕੋਈ ਨਹੀਂ ਵਿੱਚ। ਮੈਂ ਤੁਹਾਡਾ ਹਾਂ ਪਾਤਸ਼ਾਹ, ਤੁਸੀਂ ਮੇਰੇ ਹੋ, ਤੀਜਾ ਨਹੀਂ ਕੋਈ। ਤੀਜਾ ਤੇ ਉਹੋ ਹੀ ਹੈ ਜਿਹਨੇ ਤੁਹਾਨੂੰ ਰਿਝਾਉਣਾ ਸਿੱਖਿਆ ਤੇ ਤੁਹਾਡੇ ਕੋਲੋਂ ਉਹਨੂੰ ਸੁਣ ਕੇ, ਉਹਨੂੰ ਦੇਖ ਦੇਖ ਕੇ, ਉਹਨੂੰ ਨਮਸਕਾਰ ਕਰਕੇ, ਉਹਦੀ ਕਮਾਈ ਦਾ ਧਿਆਨ ਧਰ ਕੇ ਮੈਨੂੰ ਵੀ ਇਹ ਪਾਤਸ਼ਾਹ ਸੁਰੱਖਣੀ ਸਮਝ ਆ ਗਈ ਕਿ ਇਹ ਕਿਵੇਂ ਕਹਿਣਾ ਹੈ, ਹਉ ਤੇਰਾ ਤੂੰ ਹਮਾਰਾ, ਹਉ ਤੇਰਾ ਤੂੰ ਹਮਾਰਾ। ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਭਗਤ ਰਵਿਦਾਸ ਜੀ ਨੇ ਸਿੱਖ ਲਿਆ। ਇਸ ਕਰਕੇ ਭਗਤ ਰਵਿਦਾਸ ਜੀ ਨਮਸਕਾਰ ਕਰਨ ਯੋਗ ਹੋ ਗਏ। ਭਗਤ ਤੰਨਾ ਜੀ ਹੋ ਗਏ, ਭਗਤ ਨਾਮਦੇਵ ਜੀ ਹੋ ਗਏ। ਨਾਮਦੇਵ ਜੀ ਕੀ ਕਹਿੰਦੇ ਨੇ? ਇਹ ਪੰਡਤ ਧੱਕੇ ਮਾਰੇ ਤੇ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ, ਸਿੱਧਾ ਵਾਹਿਗੁਰੂ ਜੀ ਨੂੰ ਕਹਿੰਦੇ ਆ, ਵਾਹਿਗੁਰੂ ਇਹਨਾਂ ਨੇ ਧੱਕੇ ਮਾਰੇ,
पर देखी मेरी बेनती परवान, मेरा तरला है, मोको तू ना विसार, तू ना विसार, तू ना विसारे राम मैया, मैनू तू ना विसारी पातशाह, अपने नालों ना विछोड़ी। ये पंडिया मोको ढेड़ कहत, ये मैनू ढेड़ कह रहे ने, मूर्ख कह रहे ने, नीवा कह रहे, मेरा नहीं कुछ भी जे बिगड़ना, तेरी पैज पिछाउंदी होए ला, मैं ते तेरा, मैनू तेरे सेवक नू धक्के पैणगे ते ठाकुर दे उत्ते मेणा आउणा कि जिहदा सेवक सीगा उस ठाकुर ने रखिया नहीं कीती। तेरी पैज पिछाउंदी होए ला, मेरा नहीं कुछ भी जाना, तेरी पैज पिछे पैनी है कि तेरा सेवक सी ना। शूद शूद कर मार उठायो, कहाँ करूं बाप बीठला, मैं की करना है, कुछ नहीं करना मैं तो सिर्फ तैनू कहना मोको तू ना विसार। इदां गल्लां करनियां महाराज कहंदे सिखो, इदां जिद्दन गल्लां करनियां आ गईयां, साहब जी कहंदे सेवक को निकटी होई दिखावे, जै जै काज किरत सेवक की तहां तहां उठ धावै। तुहाडे कोल चल के आ जाना, अज ते तुसीं आ रहे हो ना, महाराज कहंदे कल नूं तुहाडे कोल चल के आउणा। ते गुरु नानक साहब यही कौतुक करते ने, भाई लालो जी आप नहीं गए, पातशाह गए ने ते कुंडा खड़काया, लालो की पिया करदा जी, किले पिया कढ़दा। महाराज कहंदे किले ही कढ़दा रहेगा, आ तैनूं मैं मन कढ़ना सिखावां। ते भाई लालो दी किरत नूं नमस्कार कीता, मलक भागो वाल पिठ करती, नहीं जाना उत्थे, तेरे कोल कोदरे दी रोटी खानी है, सुक्की रोटी, खीर समान साग मैं पायो, गुण गावत रहन दिया। तेरा सधारण ओ सलूणा काफूस ही, ओ सलूणी सधारण जी साग दी बुरकी कोदरे दी मेरे लिए अमृत है। वो माल पूड़े दुनिया ना, दुनिया पिछे है। ए रिश्ते बनाने सीखने हैं, महाराज कहंदे तहां तहां उठता है, तुहाडे कोल चल के आ, हर वेले तुहाडे नाल, गुरु मेरे संग सदा है नाले, मेरे नाल है गुरु, मैनू काहदा डर, मैनू काहदा फिकर, मैनू दुनिया नहीं, सतगुरु तुसीं चाहीदे हो, मोको तू ना विसार, तू ना विसार, तू ना विसारे राम। महाराज कहंदे सास सास सिमरो गोबिंद, इदां चलदा रहे तुहाडे अंदर, किते ना किते उन्हां दी कमाई दा ध्यान तरदियां बोलो जी वाहिगुरू कहंदे आ, ओ वाहिगुरू किते सुलखणी कड़ी नाल साडी सुरती विच, केवल जबान नाल नहीं सुरती नाल, हाथ पांव कर काम सब चीत निरंजन नाल। भगत रविदास जी नूं जुत्तियां गंढदियां गंढदियां किरत करदियां करदियां कीरत करनी आ गई, ते ओ कीरत ने किरत विचों ही वाहिगुरू जी नूं प्रगट कर दिता। असीं की करदे पए आ, ये नहीं कोई मसला, वाहिगुरू जी नूं याद करदियां करदे पे कि नहीं, भावें कोई घर दी सुआणी घर दे विच आटा गुन रही है, झाड़ू दे रही है, सब्जी बना रही है, वाहिगुरू जी तेरा शुक्र, तेरा शुक्र, तेरा शुक्र, बस कुछ नहीं। महाराज कहंदे अडंबर नहीं करने, चतुराइयां सियाणपां नाल वड्डे वड्डे धुआं धार, वाहिगुरू जी महाराज कहंदे मैं तुहाडे कोलों वड्डे वड्डे धुआं धार प्रभावशाली शब्द नहीं, मैनू ते तुसीं ना भी बोलो मूहों कुछ भी, अंदरों ही बस पुकारदे रहो ते मैं समझ जाना है। मां समझ जाती हुंदी है, बच्चा बोल नहीं सकता हुंदा ना, बच्चा समर्थ भी नहीं होंदा अपनी लोड़ दसन दे, उन्हें कुछ नहीं आउंदा, उन्हें की आउंदा है, सिर्फ रोना आउंदा है, उन्हें सिर्फ रोना आउंदा है। ते जदों रोंदा है ना ते मां नूं पता लग जांदा है इहनूं मेरी लोड़ है, सत कम छड्ड के भी आ जाती। महाराज कहंदे जह जह काज किरत सेवक की तहां तहां उठता वै। तां महाराज ने आखिया तू मेरा पिता, तू है मेरा माता, तू मेरा बंधु, तू मेरा भ्राता, तू मेरा राखा सबनी थाई। तां भौ किहा काड़ा जी काहदा डर मैनू महाराज। साहब कहंदे केवल पढ़न सुनन वास्ते नहीं, इनू सुरती नाल कहना सीख लो, तू मेरा पिता, तू है मेरा माता।
ਸਾਹਿਬ ਕਹਿੰਦੇ ਇਹ ਸੁਰਤੀ ਦੇ ਹਿਰਦੇ ਦੇ ਪਿਆਰ ਦੇ ਰਿਸ਼ਤੇ ਬਣਾਉਣੇ ਸਿੱਖੋਗੇ ਤੇ ਫਿਰ ਭਗਤ ਰਵਿਦਾਸ ਜੀ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਗੁਰੂ ਵਿੱਚ ਤੇ ਸਿੱਖ ਵਿੱਚ ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਰਹਿ ਜਾਂਦਾ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ, ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਮਾਣ ਪਿਆਰ ਲਈ। ਮੇਰੇ ਅਜ਼ੀਜ਼ ਵੀਰ ਭਾਈ ਗੁਰਬਚਨ ਸਿੰਘ ਹੋਰੀ ਤੁਹਾਡੇ ਕੋਲ ਹਰ ਸਾਲ ਇੱਥੇ ਚੱਲ ਕੇ ਆਉਂਦੇ ਨੇ, LA ਤੋਂ, ਅਮਰੀਕਾ ਤੋਂ, ਤੁਹਾਡੇ ਪਿਆਰ ਦੇ ਬੱਝੇ ਹੋਏ ਇੱਥੇ ਆ ਕੇ ਤੁਹਾਡੇ ਨਾਲ ਮਿਲ ਬੈਠ ਕੇ ਸਤਸੰਗ ਰਚਾਉਂਦੇ ਨੇ। ਮੈਨੂੰ ਵੀ ਪਿਆਰ ਵਿੱਚ ਤੁਹਾਡੇ ਸਤਸੰਗੀਆਂ ਦੇ ਦਰਸ਼ਨ ਕਰਾਉਣ ਵਾਸਤੇ ਇਹਨਾਂ ਨੇ ਆਵਾਜ਼ ਮਾਰੀ, ਹਾਜ਼ਰ ਹੋਇਆ। ਮੇਰਾ ਕੋਈ ਦਾਅਵਾ ਨਹੀਂ ਕਿ ਮੈਂ ਕੋਈ ਕੀਮਤੀ ਗੱਲ ਤੁਹਾਡੇ ਨਾਲ ਸਾਂਝੀ ਕਰ ਸਕਿਆ ਹੋਵਾਂ। ਤਰਲੇ ਨੇ ਭਗਤ ਜੀ ਦੀ ਯਾਦ ਵਿੱਚ ਉਹਨਾਂ ਦੀ ਕਮਾਈ ਦਾ ਧਿਆਨ ਧਰਦੇ ਹਾਂ। ਬਸ ਇਹ ਤਰਲੇ, ਮਹਾਰਾਜ ਕਹਿੰਦੇ ਮੈਨੂੰ ਸਿਆਣਪਾਂ ਨਹੀਂ ਚਾਹੀਦੀਆਂ, ਮੈਨੂੰ ਤੇ ਅੰਦਰ ਦਾ ਪਿਆਰ ਚਾਹੀਦਾ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ। ਇੱਥੇ ਤੇ ਸਾਹਿਬ ਕਹਿੰਦੇ ਭੋਲੇ ਭਾਏ ਮਿਲੇ ਰਘੁਰਾਇਆ। ਬਾਰਕ ਬੁੱਧ ਬਣਨਾ ਸਿੱਖ ਲਓ, ਭੋਲੇ ਬਣਨਾ ਸਿੱਖ ਲਓ। ਕੀ ਕਹਿ ਰਹੇ ਹੋ ਇਹ ਨਹੀਂ, ਕਿਸ ਬਿਰਤੀ ਨਾਲ ਕਹਿ ਰਹੇ ਹੋ। ਮਾਈ ਨੇ ਇੰਨੀ ਕੀ ਗੱਲ ਹੀ ਆਖੀ ਸੀ ਕਲਗੀਧਰ ਪਾਤਸ਼ਾਹ ਦੇ ਦਰਬਾਰ ਤੇ ਆ ਕੇ, ਪਾਤਸ਼ਾਹ ਮੇਰੀਆਂ ਭੁੱਲਾਂ ਬਖਸ਼ ਦਿਓ, ਤੁਸੀਂ ਭੁੱਲਣਹਾਰ ਤੇ ਮੈਂ ਬਖਸ਼ਣਹਾਰ। ਪਾਤਸ਼ਾਹ ਮੇਰੀਆਂ ਭੁੱਲਾਂ ਬਖਸ਼ ਦਿਓ ਗੁਰੂ ਸਾਹਿਬ, ਤੁਸੀਂ ਭੁੱਲਣਹਾਰ ਤੇ ਮੈਂ ਬਖਸ਼ਣਹਾਰ। ਤੇ ਸਾਹਿਬ ਜੀ ਮੁਸਕਰਾ ਰਹੇ ਨੇ, ਆਨੰਦ ਲੈ ਰਹੇ ਨੇ ਝੁੜੇ। ਤੇ ਚਤੁਰਾਈ ਸਿਆਣਪਾਂ ਸ਼ਬਦਾਂ ਦੇ ਅਡੰਬਰ ਵਿੱਚ ਫਸੇ ਹੋਏ ਸਿੱਖ ਬੈਠੇ ਤੇ ਤਬਕਾ ਮਾਰਿਆ। ਮਾਈ ਆ ਕੀ ਬੋਲੀ ਜਾਨੀ ਹੈ, ਗੁਰੂ ਦੀ ਬੇਅਦਬੀ ਕੀ, ਏਡੀ ਬੇਅਦਬੀ ਕਰ ਆ ਕੀ ਬੋਲੀ ਜਾਨੀ। ਤੇ ਲਿਵ ਟੁੱਟ ਗਈ। ਸੁਰਤੀ ਦੀ ਤਾਰ ਜੁੜੀ ਸੀ ਪਾਤਸ਼ਾਹ ਜੀ ਦੇ ਨਾਲ। ਤੇ ਸੱਚੇ ਪਾਤਸ਼ਾਹ ਵੀ ਆਨੰਦ ਵਿੱਚ ਨੇ ਤੇ ਮਾਈ ਵੀ ਆਨੰਦ ਵਿੱਚ ਹੈ। ਵਿੱਚੋਂ ਦੁਨੀਆ ਨਿਕਲ ਗਈ ਤੇ ਕਹਿ ਰਹੀ ਹੈ ਤੁਸੀਂ ਭੁੱਲਣਹਾਰ ਪਾਤਸ਼ਾਹ, ਮੈਂ ਬਖਸ਼ਣਹਾਰ। ਮੇਰੀਆਂ ਭੁੱਲਾਂ ਤੁਸੀਂ ਭੁੱਲਣਹਾਰ, ਮੈਂ ਬਖਸ਼। ਤੇ ਸਤਿਗੁਰੂ ਗਦ-ਗਦ ਹੋ ਰਹੇ ਨੇ। ਤੇ ਜਦੋਂ ਆਖਿਆ ਨਾ ਸਿੱਖਾਂ ਨੇ ਆ ਮਾਈ ਆ ਕੀ ਕਰੀ, ਇੰਨੀ ਬੇਅਦਬੀ ਕਰੀ, ਤੇ ਮਾਈ ਤ੍ਰਿਬਕ ਗਈ ਹੈ ਤੇ ਪੁੱਛਦੀ ਮੇਰੇ ਤੋਂ ਕੀ ਭੁੱਲ ਹੋ ਗਈ। ਵੇ ਆ ਬੋਲੀ ਕੀ ਜਾਨੀ ਹੈ, ਤੁਸੀਂ ਭੁੱਲਣਹਾਰ ਮੈਂ ਬਖਸ਼ਣਹਾਰ। ਮੈਂ ਕੀ ਕਹਿਣਾ ਸੀਗਾ, ਮੈਂ ਭੁੱਲਣਹਾਰ ਤੁਸੀਂ ਬਖਸ਼ਣਹਾਰ। ਪਾਤਸ਼ਾਹ ਮੇਰੀਆਂ ਭੁੱਲਾਂ ਬਖਸ਼ ਦਿਓ, ਮੈਂ ਭੁੱਲਣਹਾਰ ਤੁਸੀਂ ਬਖਸ਼ਣਾ। ਗੁਰੂ ਦਸਮ ਪਾਤਸ਼ਾਹ ਹਜ਼ੂਰ ਕਹਿੰਦੇ ਨਾ, ਇਹ ਗਲਤ ਹੋ ਗਿਆ। ਹੁਣ ਉਹ ਜਿਹੜਾ ਪਹਿਲਾਂ ਕਹਿ ਰਹੇ ਸੀ ਨਾ ਉਹ ਠੀਕ ਸੀ। ਉਹ ਜਿਹੜਾ ਪਹਿਲਾਂ ਕਹਿ ਰਹੇ ਸੀ ਨਾ ਤੁਸੀਂ ਭੁੱਲਣਹਾਰ ਮੈਂ ਬਖਸ਼ਣਹਾਰ, ਉਹ ਸੱਚ ਸੀਗਾ। ਮੈਨੂੰ ਸ਼ਬਦ ਨਹੀਂ ਚਾਹੀਦੇ, ਮੈਨੂੰ ਤੇ ਅੰਦਰ ਦਾ ਸੁੱਚਾਪਣ ਚਾਹੀਦਾ। ਉਹ ਬਿਰਤੀ ਸੁੱਚੀ ਸੀ। ਹੁਣ ਇਹਦੇ ਵਿੱਚ ਚਤੁਰਾਈ ਆ ਗਈ ਹੈ। ਹੁਣ ਸ਼ਬਦ ਅਡੰਬਰ ਆ ਗਿਆ। ਸ਼ਬਦ ਅਡੰਬਰ ਨਹੀਂ, ਮੂੰਹ ਕੀ ਬੋਲੇ ਜਾ ਰਿਹਾ ਇਹ ਨਹੀਂ। ਸਾਹਿਬ ਜੀ ਕਹਿੰਦੇ ਅੰਦਰ ਸੁਰਤੀ ਕੀ ਕਹਿ ਰਹੀ ਹੈ, ਹਿਰਦਾ ਸੁਰਤੀ। ਸਾਹਿਬ ਕਹਿੰਦੇ ਜਿੱਦਣ ਇਸ ਬਿਰਤੀ ਚ ਆ ਜਾਓਗੇ, ਭਗਤ ਰਵਿਦਾਸ ਜੀ ਦੇ ਅੰਦਰ ਜਿਵੇਂ ਵਾਹਿਗੁਰੂ ਜੀ ਪ੍ਰਗਟ ਹੋਏ, ਤੁਹਾਡੇ ਅੰਦਰ ਵੀ ਗੁਰਸਾਖੀ ਜੋਤ ਪ੍ਰਗਟ ਹੋਏ। ਪਾਤਸ਼ਾਹ ਰਹਿਮਤ ਕਰਨ। ਐਸੀਆਂ ਬਖਸ਼ਿਸ਼ਾਂ ਜਿੰਨੇ ਅਸੀਂ ਬੈਠੇ ਹਾਂ ਅੱਜ ਉਹਨਾਂ ਦੀ ਕਮਾਈ ਦਾ ਧਿਆਨ ਧਰਦਿਆਂ ਉਹਨਾਂ ਦੇ ਵਰਗੀ ਕਮਾਈ ਕਰਨ ਦੇ ਲਈ ਝੋਲੀ ਅੱਡ ਲਈਏ। ਕਮਾਈ ਤੇ ਉਹਨਾਂ ਵਰਗੀ ਹੋ ਸਕਣੀ ਕਿ ਨਹੀਂ ਹੋ ਸਕਣੀ ਉਹ ਤੇ ਪਾਤਸ਼ਾਹ ਨੂੰ ਪਤਾ ਹੈ, ਪਰ ਉਹੋ ਜਿਹੀ ਕਮਾਈ ਦੀ ਅੰਦਰ ਪਿਆਸ ਹੀ ਜਾਗ ਜਾਵੇ, ਉਹੋ ਜਿਹੀ ਕਮਾਈ ਦੀ ਭੁੱਖ ਹੀ ਜਾਗ ਜਾਵੇ, ਉਹੋ ਜਿਹੀ ਕਮਾਈ ਕਰਨ ਲਈ ਤਰਲੇ ਹੀ ਅੰਦਰੋਂ ਨਿਕਲਣੇ ਸ਼ੁਰੂ ਹੋ ਜਾਣ। ਬਸ ਇਹਦੇ ਵਿੱਚ ਹੀ ਜਦੋਂ ਚਾਹੇ, ਜਦੋਂ ਸਾਡੇ ਤਰਲਿਆਂ ਤੇ ਰੀਝੇ, ਜਦੋਂ ਉਹਨਾਂ ਨੂੰ ਸਾਡੇ ਤਰਲੇ ਭਾ ਜਾਣ, ਉਹ ਉਹਦੇ ਉੱਤੇ ਹੈ, ਮਾਲਕ ਦੇ ਨਾਲ। ਮਹਾਰਾਜ ਕਹਿੰਦੇ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ। ਤਾਂ ਇਹ ਨਹੀਂ ਅਸੀਂ ਕਹਿ ਸਕਦੇ ਪਾਤਸ਼ਾਹ ਇੰਨਾ ਚਿਰ ਹੋ ਗਿਆ ਤੁਹਾਡੇ ਕੋਲ ਆਉਂਦੇ ਆ, ਇੰਨੇ ਅਰਦਾਸਾਂ ਕਰਦੇ ਆ, ਇਹਨਾਂ ਤੁਸੀਂ ਹੁਣ ਤੱਕ ਮੈਨੂੰ ਕੁਝ ਦਿੱਤਾ ਹੀ ਨਹੀਂ। ਭਗਤ ਰਵਿਦਾਸ ਜੀ ਨੇ ਸਭ ਕੁਝ ਦੇ ਦਿੱਤਾ। ਨਹੀਂ, ਤੁਰੇ ਰਹੋ, ਤੁਰੇ ਰਹੋ। ਕਿਸ ਵੇਲੇ ਸੁਲੱਖਣੀ ਘੜੀ ਆਉਣੀ ਹੈ ਉਹ ਉਹਨੂੰ ਪਤਾ ਹੈ, ਪਰ ਆਉਣੀ ਜ਼ਰੂਰ ਹੈ। ਮਹਾਰਾਜ ਕਹਿੰਦੇ ਆ ਜਾਂਦੀ ਹੈ ਜਦੋਂ ਤੁਸੀਂ ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ, ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਕਬੀਰ ਜੀ ਕਹਿੰਦੇ ਮੈਂ ਕੀ ਲੈ, ਜੇ ਲੋਕਾਂ ਨੂੰ ਨਹੀਂ ਮੈਂ ਪਾਉਂਦਾ ਕੋਈ ਗੱਲ ਨਹੀਂ,
ਮੈਨੂੰ ਦੁਨੀਆ ਦੀ ਪਰਵਾਹ ਨਹੀਂ। ਮੇਰਾ ਮਾਲਕ ਰੀਝ ਜਾਵੇ, ਉਹ ਪ੍ਰਸੰਨ ਹੋ ਜਾਵੇ, ਉਹ ਰਾਜ਼ੀ ਹੋ ਜਾਵੇ। ਮੇਰਾ ਦਰ ਤੇ ਆਉਣਾ, ਝੁਕਣਾ, ਰਗੜਨਾ ਮੱਥੇ, ਉਹਨੂੰ ਭਾ ਜਾਵੇ। ਬਸ ਮੈਨੂੰ ਉਹਦੀ ਪਰਵਾਹ ਹੈ। ਉਸ ਨੇ ਕਿਸ ਦਿਨ ਮੇਰੀ ਬੇਨਤੀ ਸੁਣਨੀ ਹੈ, ਤਰਲਾ ਸੁਣਨਾ ਹੈ। ਬਸ ਇਹ ਧਿਆਨ ਵਿੱਚ ਮਹਾਰਾਜ ਕਹਿੰਦੇ ਰਵੇ, ਫਿਰ ਖੇਡਾਂ ਵਾਪਰਦੀਆਂ ਨੇ। ਮਹਾਰਾਜ ਕਿਰਪਾ ਕਰਨ, ਐਸੀ ਸੁਲੱਖਣੀ ਕੜੀ ਸਾਰਿਆਂ ਦੇ ਜੀਵਨ ਚ ਆਵੇ। ਬਹੁਤ ਧੰਨਵਾਦ ਤੁਹਾਡੇ ਮਾਣ ਪਿਆਰ ਲਈ। ਭੁੱਲਾਂ ਚੁੱਕਾਂ ਲਈ ਫਤਿਹ, ਖਿਮਾ ਬਖਸ਼ੋ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ